ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ਼੍ਰੀ ਗੁਰ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ਼੍ਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਸ਼੍ਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ ਗਮਨੀ ਸੁਧ ਗੰਗਾ ਨਿਕਟ ਲਾਗੀ ਸੋ ਅਬ ਆਏ ਸ਼੍ਰੀ ਜਗ ਗੁਰ ਸੋਂ ਬੂਝ ਕੇ ਉਤ ਸਭ ਕੀਨ ਸੁਹਾਏ
ਗਮਨੀ ਸੁਧ ਗੰਗਾ ਨਿਕਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ, ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੀ, ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ ਦੇਗ ਤੇਗ ਦੇ ਧਣੀ ਮਰਦ ਅਗੰਬੜੇ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ, ਗੁਰੂ ਖਾਲਸਾ ਗੁਰ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜਿਨ੍ਹਾਂ ਤੇ ਸਾਹਿਬਾਂ ਨੇ ਕਿਰਪਾ ਕੀਤੀ। ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਸਾਹਿਬਾਂ ਜੀ ਦੇ ਮਹਾਨ ਅਸਥਾਨ 'ਤੇ ਨਤਮਸਤਕ ਹੁੰਦਿਆਂ, ਸਾਹਿਬਾਂ ਜੀ ਦੇ ਦਰਸ਼ਨ ਪਰਸਨ ਕਰਦਿਆਂ ਸਤਿਗੁਰੂ ਦੇ ਕੋਲ ਬੈਠ ਕਰਕੇ ਜੀਵਨ ਦੀਆਂ ਘੜੀਆਂ ਨੂੰ, ਸਮੇਂ ਸਵਾਸਾਂ ਨੂੰ ਸਫਲਿਆਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਸਤਿਗੁਰੂ ਜੀ ਦੇ ਜੀਵਨ ਬਿਰਤਾਂਤ, ਜੀਵਨ ਕੌਤਕਾਂ, ਗੁਰੂ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਧੰਨ 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 ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਤਿੰਨਾਂ ਦੇ ਸਾਹਿਬਜ਼ਾਦੇ ਮੀਰੀ ਪੀਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੀ ਸਗਾਈ ਕਰਨ ਦੀ ਸਾਰੀ ਤਿਆਰੀ ਕੀਤੀ ਗਈ ਹੈ। ਦਿੱਲੀ ਦੇ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਚੰਦੂ, ਜਿਸ ਨੇ ਭਾਵੇਂ ਕਿ ਸਤਿਗੁਰੂ ਦੇ ਘਰ ਦੀ ਨਿੰਦਾ ਕੀਤੀ ਹੈ, ਬਦਨਾਮੀ ਕੀਤੀ, ਗੁਰੂ ਘਰ ਨੂੰ ਨੀਵਾਂ ਆਖਿਆ ਹੈ, ਫਿਰ ਵੀ ਉਸਨੇ ਲਾਗੀ ਭੇਜੇ ਹਨ ਆਪਣੀ ਬੱਚੀ ਦਾ ਨਾਤਾ ਕਰਨ ਵਾਸਤੇ। ਛੇਵੇਂ ਪਾਤਸ਼ਾਹ ਜੀ ਦੇ ਨਾਲ ਲਾਗੀ ਆ ਕਰਕੇ ਪਹੁੰਚੇ ਹਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ। ਗੁਰੂ ਪਾਤਸ਼ਾਹ ਜੀ ਨੇ ਯਥਾਯੋਗ ਉਹਨਾਂ ਦਾ ਸਨਮਾਨ ਅਦਬ ਕਰਵਾਇਆ ਹੈ। ਲੰਗਰ ਪਾਣੀ, ਲੀੜਾ ਕੱਪੜਾ, ਬਸਤਰ, ਜੋ ਵਸਤੂ ਚਾਹੀਦੀ ਸੀ ਉਹ ਸਾਰੀ ਦਿਵਾਈ ਹੈ। ਸੋ ਜਿਵੇਂ ਅੱਗੇ ਭਾਈ ਸਾਹਿਬ ਜੀ ਗੁਰੂ ਕਾ ਇਤਿਹਾਸ ਸੁਣਾ ਰਹੇ ਹਨ, ਸਰਵਣ ਕਰੀਏ ਜੀ। ਗਮਨੀ ਸੁਧ ਗੰਗਾ ਨਿਕਟ ਲਾਗੀ ਸੋ ਅਬ ਆਏ। ਸਤਿਕਾਰਯੋਗ ਸਾਡੇ ਮਾਤਾ ਜੀ ਸਤਿਗੁਰੂ ਪਾਤਸ਼ਾਹ ਦੇ ਧਰਮ ਸੁਪਤਨੀ ਸਾਹਿਬਾਂ ਦੇ ਮਹਿਲ, ਧੰਨ ਧੰਨ ਮਾਂ ਗੰਗਾ ਜੀ, ਉਹਨਾਂ ਦੇ ਪਾਸ ਉਹਨਾਂ ਦੇ ਨਿਗਟੇ ਸੁਧ ਇਹ ਖਬਰ ਜਿਹੜੀ ਪਹੁੰਚੀ। ਕੀ ਖਬਰ ਪਹੁੰਚੀ? ਲਾਗੀ ਸੋ ਅਬ ਆਏ, ਕਿ ਮਾਂ ਗੰਗਾ ਜੀ ਲਾਗੀ ਲੋਕ ਰਿਸ਼ਤਾ ਕਰਨ ਵਾਸਤੇ, ਆਪਣੀ ਬੱਚੀ ਦਾ ਸੰਬੰਧ ਕਰਨ ਵਾਸਤੇ ਉਹ ਦਿੱਲੀ ਤੋਂ ਚੱਲ ਕਰਕੇ, ਜਿਵੇਂ ਉਹਨਾਂ ਨੂੰ ਚੰਦੂ ਨੇ ਆਪਣੀ ਧੀ ਬੇਟੀ ਦਾ ਨਾਤਾ ਰਿਸ਼ਤਾ ਕਰਨ ਵਾਸਤੇ ਆਖਿਆ ਹੈ,
ਉਹ ਦੀਵਾਨ ਦਾ ਹੁਕਮ ਮੰਨ ਕਰਕੇ ਚੱਲ ਕਰਕੇ ਆ ਪਹੁੰਚੇ ਹਨ। ਸ਼੍ਰੀ ਜਗ ਗੁਰ ਸੋਂ ਬੂਝ ਕੇ ਉਤਸਵ ਕੀਨ ਸੁਹਾਏ। ਸ਼੍ਰੀ ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲੋਂ ਪੁੱਛ ਕੇ ਆਗਿਆ ਲੈ ਕਰਕੇ ਮਾਤਾ ਜੀ ਨੇ ਉਤਸਵ ਕੀਨ ਸੁਹਾਏ, ਸੁਹਾਵਣੇ ਸੋਹਣੇ ਸੋਭਨੀਕ ਬੜੇ ਉਤਸਵ ਕੀਤੇ। ਮਨ ਦੀਆਂ ਉਮੰਗਾਂ ਜਿਹੜੀਆਂ ਖਹਿਸ਼ਾਂ ਸਨ, ਲੰਮੇ ਸਮੇਂ ਤੋਂ ਸਧਰਾਂ ਸਨ, ਹਰ ਮਾਂ ਦੇ ਪੇਟ ਹੁੰਦੀਆਂ ਨੇ ਮਨ ਵਿੱਚ, ਹਿਰਦੇ ਵਿੱਚ। ਉਸ ਦਿਨ ਤੋਂ ਲੈ ਕੇ ਜਿਸ ਦਿਨ ਤੋਂ ਬੱਚਾ ਮਾਂ ਦੇ ਪੇਟ ਵਿੱਚ ਆ ਜਾਂਦਾ ਹੈ, ਇਸ ਗੱਲ ਦੀ ਬਾਣੀ ਗਵਾਹੀ ਭਰਦੀ ਹੈ। ਜਿਉਂ ਜਨਨੀ ਸੁਤ ਪਾਲਤੀ, ਜਿਉਂ ਜਨਨੀ ਗਰਭ ਪਾਲਤੀ, ਸੁਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਵਿਲਾਸਾ। ਇਹ ਮਾਂ ਦੀ ਇੱਛਾ ਹੁੰਦੀ ਹੈ, ਆਪਣੇ ਗਰਭ ਸਥਾਨ ਵਿੱਚ ਆਏ ਹੋਏ ਬੱਚੇ ਦੀ ਬੜੀ ਲੰਮੀ ਤਾਂਗ ਸਦਰ ਇੱਛਾ ਰੱਖਦੀ ਹੈ, ਪੁੱਤਰ ਪੈਦਾ ਹੋਵੇ, ਖੱਟ ਕਮਾ ਕੇ ਘਰ ਲੈ ਕੇ ਆਏ। ਹਰ ਮਾਂ ਦੀ ਇਹ ਤਮੰਨਾ, ਇਹ ਭਾਵਨਾ ਹੁੰਦੀ ਹੈ। ਮਾਂ ਗੰਗਾ ਜੀ ਉਹ ਮਹਾਨ ਮਾਂ ਹੈ ਜੋ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮਹਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਨੂੰਹ ਹਨ। 17 ਸਾਲਾਂ ਬਾਅਦ ਉਹਨਾਂ ਦੀ ਸ਼ਾਦੀ ਆਨੰਦ ਕਾਰਜ ਤੋਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਹੈ। ਉਹਨਾਂ ਦੇ ਮਨ 'ਚ ਕਿੰਨਾ ਚਾਅ ਉਤਸ਼ਾਹ ਸਧਰਾਂ ਹੋਣਗੀਆਂ, ਉਮੰਗਾਂ ਤੇ ਲਹਿਰਾਂ ਉੱਠ ਰਹੀਆਂ ਹੋਣਗੀਆਂ। ਇਸ ਵਾਸਤੇ ਸਾਹਿਬਾਂ ਕੋਲੋਂ ਆਗਿਆ ਲੈ ਕੇ, ਹੁਕਮ ਲੈ ਕੇ ਬਹੁਤ ਤਰ੍ਹਾਂ ਦੇ ਉਤਸਵ ਉਤਸ਼ਾਹ ਕੀਤੇ। ਚੌਪਈ ਨਾਰ ਸੁਹਾਗਣ ਬ੍ਰਿੰਦ ਹਕਾਰੀ, ਬਸਨ ਵਿਭੂਖਨ ਸੁੰਦਰ ਧਾਰੀ। ਸੋ ਸੁਹਾਗਣਾ ਭਾਗਣਾ ਬੀਬੀਆਂ ਇਸਤਰੀਆਂ ਸਦੀਆਂ ਗਈਆਂ ਹਨ, ਬਹੁਤ ਸਾਰੀਆਂ, ਜਿਨ੍ਹਾਂ ਦੇ ਬਸਨ ਬਸਤਰ ਵਿਭੂਖਣ ਗਹਿਣੇ ਸੁੰਦਰ ਸਰੀਰ ਤੇ ਧਾਰਨ ਕੀਤੇ ਹਨ। ਮੰਗਲ ਮੂਲ ਤਰਾਇਓ ਢੋਲ, ਬਾਜਨ ਲੱਗਿਓ ਗਾਏ ਸੁਠ ਬੋਲ। ਜਿਹੜਾ ਮੰਗਲ ਮੂਲ ਹੈ, ਮੰਗਲ ਦਾ ਆਖਰੀ ਅਰਥ ਹੁੰਦਾ ਖੁਸ਼ੀ, ਆਨੰਦ, ਪ੍ਰਸੰਨਤਾ। ਜੋ ਮੰਗਲਾਂ ਦਾ ਮੂਲ ਹੈ, ਢੋਲ ਵਜਾਇਆ ਜਾਂਦਾ ਸੀ ਖੁਸ਼ੀਆਂ ਦੇ ਸਮੇਂ ਤੇ ਭੰਗੜੇ ਪਾਏ ਜਾਂਦੇ ਹਨ। ਇਸ ਵਾਸਤੇ ਢੋਲ ਵਜਾਉਣਾ ਇੱਕ ਮੰਗਲ ਮੂਲ, ਖੁਸ਼ੀ ਦਾ, ਪ੍ਰਸੰਨਤਾ ਦਾ ਸੂਚਕ ਹੈ, ਖੁਸ਼ੀ ਦੇ ਪੈਦਾ ਹੋਣ ਦਾ। ਮੂਲ ਦਾ ਅਰਥ ਕੀ ਹੁੰਦਾ? ਮੁੱਢ। ਖੁਸ਼ੀ ਦੇ ਪੈਦਾ ਹੋਣ ਦਾ ਮੁੱਢ। ਢੋਲ ਵਜਾਉਣਾ ਇੱਕ ਖੁਸ਼ੀ, ਇੱਕ ਪ੍ਰਸੰਨਤਾ ਦਾ ਸੂਚਕ ਹੈ। ਬਾਜਨ ਲੱਗਿਓ ਗਾਏ ਸੁੱਠ ਬੋਲ, ਢੋਲ ਵੱਜਣ ਲੱਗਾ ਤੇ ਬੀਬੀਆਂ ਜਿਹੜੀਆਂ ਹਨ ਬੜੀ ਪਿਆਰੀ ਮਿੱਠੀ ਆਵਾਜ਼ 'ਚ ਸੁੰਦਰ ਗਾਉਣ ਲੱਗੀਆਂ ਹਨ। ਪ੍ਰਭੂ ਪਰਮਾਤਮਾ ਦੀ ਸਿਫਤ ਹੀ ਹੋਣੀ ਗੁਰੂ ਘਰ ਵਿੱਚ। ਹੋਰ ਕਿਸੇ ਤਰ੍ਹਾਂ ਦੇ ਗੰਦੇ ਮੰਦੇ ਗੀਤਾਂ ਨੂੰ ਕੋਈ ਥਾਂ ਨਹੀਂ ਕਿ ਕੋਈ ਸ਼ਾਇਦ ਸੋਚ ਲਵੇ ਕਿ ਉੱਥੇ ਬੋਲੀਆਂ ਪਾਈਆਂ ਜਾ ਰਹੀਆਂ ਹੋਣ ਤੇ ਕਿਸੇ ਦੀ ਅੱਡੀ ਨਾ ਲੱਗਦੀ ਹੋਵੇ। ਇਹੋ ਜਿਹਾ ਕੋਈ ਮਾਹੌਲ ਗੁਰੂ ਘਰ 'ਚ ਨਹੀਂ। ਇਹ ਤਾਂ ਨੱਚਣ ਕੁੱਦਣ ਮਨ ਕਾ ਚਾਓ, ਨੱਚ ਨੱਚ ਹੱਸੇ ਚੱਲੇ ਸੇ ਰੋਏ। ਸਤਿਗੁਰੂ ਦਾ ਘਰ ਐਸਾ ਨਹੀਂ ਹੈ ਕਿ ਉੱਥੇ ਕਿਸੇ ਤਰ੍ਹਾਂ ਦੀ ਮਨਮਤ ਹੋਵੇ। ਸੋ ਬੀਬੀਆਂ ਗਾ ਰਹੀਆਂ, ਬਾਣੀ ਗਾ ਰਹੀਆਂ, ਸੁੱਠ ਬੋਲ ਸੋਹਣੀ ਬੋਲੀ ਦੇ ਵਿੱਚ। ਲਗ ਨਿਸ਼ਾਨ ਅਰ ਬੱਜੀ ਨਫੀਰੈ, ਪਹਿਰੈ ਚੀਰ ਨਵੀਨ ਸਰੀਰੈ। ਲਾਗ ਛੋਟੇ ਨਿਸ਼ਾਨ ਕਹਿੰਦੇ ਨਗਾਰਿਆਂ ਨੂੰ। ਨਿਸ਼ਾਨ ਨਾਮ ਨਿਸ਼ਾਨ ਸਾਹਿਬ ਦਾ ਵੀ ਹੁੰਦਾ ਹੈ। ਨਿਸ਼ਾਨ ਨਾਮ ਪਰਵਾਨੇ ਦਾ, ਰਾਹਦਾਰੀ ਦਾ ਵੀ ਹੁੰਦਾ ਹੈ। ਨਿਸ਼ਾਨ ਨਾਮ ਚਿੰਨ੍ਹ ਦਾ ਹੁੰਦਾ। ਇੱਥੇ ਨਿਸ਼ਾਨ ਦਾ ਅਰਥ ਹੈ ਨਗਾਰਾ। ਲਗ ਨਿਸ਼ਾਨ, ਛੋਟੇ ਨਗਾਰੇ ਵੱਜ ਰਹੇ, ਨਫੀਰੀਆਂ ਵੱਜ ਰਹੀਆਂ ਹਨ। ਬੀਬੀਆਂ ਨੇ ਸੋਹਣੇ ਚੀਰ ਲੀੜੇ ਕੱਪੜੇ ਬਸਤਰ ਨਵੇਂ ਸਰੀਰ ਤੇ ਪਾਏ ਹਨ। ਕੋਕਿਲ ਕੰਠੀ ਮਿਲ ਮਿਲ ਟੋਲੀ, ਉਮਗ ਆਨੰਦ ਵਧਾਈ ਬੋਲੀ। ਕੋਕਲ ਕੰਠ, ਕੰਠ ਜਿਨ੍ਹਾਂ ਦਾ ਗਲਾ ਬੜਾ ਰਸ ਵਾਲਾ ਹੈ, ਮਿੱਠੀ ਆਵਾਜ਼ ਜਿਵੇਂ ਕੋਲ ਦੀ ਆਵਾਜ਼ ਹੁੰਦੀ ਹੈ। ਇਸ ਤਰ੍ਹਾਂ ਮਿਲ ਮਿਲ ਕਰਕੇ ਟੋਲੀਆਂ ਬਣ ਕੇ ਉਮੰਗ ਚਾਅ ਉਤਸ਼ਾਹ ਦੇ ਨਾਲ ਭਰੀਆਂ ਹੋਈਆਂ ਬੀਬੀਆਂ ਘਰ ਵਿੱਚ ਆਈਆਂ। ਆਉਂਦੀਆਂ ਸਾਰ ਆਨੰਦ ਵਧਾਈ ਬੋਲੀ, ਆਨੰਦ ਵਿੱਚ ਆਈਆਂ, ਵਧਾਈ ਦਿੱਤੀ। ਮਾਂ ਗੰਗਾ ਜੀ ਨੂੰ ਕਿਹਾ, ਮਾਤਾ ਜੀ ਵਧਾਈ ਹੋਵੇ ਤੁਹਾਨੂੰ, ਤੁਹਾਡੇ ਪੁੱਤਰ ਦਾ ਮੰਗਣਾ ਹੋ ਰਿਹਾ ਹੈ। ਕੁੜਮਾਈ ਦੀ ਰਸਮ ਹੋਣ ਲੱਗੀ ਹੈ। ਸੋ
ਇਸ ਵਾਸਤੇ ਤੁਹਾਨੂੰ ਵਧਾਈ ਹੋਵੇ, ਖੁਸ਼ੀਆਂ ਹੋਣ। ਮਾਨ 100 ਗੁਣੀ ਸੀਸ ਚੜਾਵਤ, ਗੰਗਾ ਆਨੰਦ ਕਹਿਓ ਨਹਿ ਜਾਵਤ। ਮਾਂ ਗੰਗਾ ਜੀ ਵਧਾਈ ਮੰਨ ਕੇ ਤੇ 100 ਗੁਣਾ ਅੱਗੇ ਵਧਾਈਆਂ ਉਹਨਾਂ ਦੇ ਸਿਰ ਤੇ ਚੜਾ ਦਿੰਦੇ, ਤੁਹਾਨੂੰ ਵਧਾਈ ਹੋਵੇ, ਤੁਸੀਂ ਵਧੋ, ਤੁਸੀਂ ਵਧੋ। ਮਾਂ ਗੰਗਾ ਜੀ ਇੰਨੇ ਆਨੰਦ ਵਿੱਚ ਨੇ, ਕਹਿਓ ਨਾ ਜਾਵਤ, ਉਹਨਾਂ ਦਾ ਆਨੰਦ ਨਹੀਂ ਦੱਸਿਆ ਜਾ ਸਕਦਾ, ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਉਹ ਆਨੰਦ ਵਿੱਚ ਹਨ। ਬਾਦਿਤ ਬਜਤ ਹਰਖ ਭਰਪੂਰਾ, ਜਹ ਕਹਿ ਉਤਸਵ ਹੋਵਤ ਰੂਰਾ। ਵਾਜੇ ਵੱਜ ਰਹੇ ਨੇ ਤੇ ਬਹੁਤ ਭਾਰੀ ਸੋਹਣਾ ਸੁੰਦਰ ਉਤਸਵ ਉਤਸ਼ਾਹ ਸਤਿਗੁਰੂ ਦੇ ਘਰ ਵਿੱਚ ਹੋ ਰਿਹਾ ਹੈ। ਪੂਰਨ ਭਵਨ ਭਇਓ ਮੁਦ ਠਾਨਤ, ਸਭ ਹਿਨ ਕੋ ਗੰਗਾ ਸਨਮਾਨਤ। ਤੇ ਬਾਦਤ ਬਜਤ ਹਰਖ ਭਰਪੂਰਾ, ਭਰਪੂਰ ਹਰਖ ਦਾ ਅਰਥ ਇੱਥੇ ਹੈ ਖੁਸ਼ੀ। ਆਮ ਮਾਝੇ ਦੇ ਇਲਾਕੇ ਵਿੱਚ ਕੋਈ ਪ੍ਰਾਣੀ ਚੜਾਈ ਜਾਏ, ਕਹਿੰਦੇ ਜੇ ਹਿਰਖ ਕਰਨ ਗਿਆ, ਉਹਦਾ ਉਲਟਾ ਅਰਥ ਲਿਆ ਜਾਂਦਾ ਉਧਰ, ਜਿਵੇਂ ਕਿਹਾ ਜਾਂਦਾ ਜੀ ਸਵਾਇਆ ਜਿਹਾ ਦਿਓ, ਕੜਾ ਪ੍ਰਸ਼ਾਦ ਜਾਂ ਕੋਈ ਪ੍ਰਸ਼ਾਦਾ ਛਕ ਰਿਹਾ, ਕਹਿੰਦੇ ਥੋੜਾ ਸਵਾਇਆ, ਜਿਵੇਂ ਸਵਾਏ ਦਾ ਅਰਥ ਥੋੜਾ ਕਰ ਦਿੱਤਾ ਨਾ, ਬਾਣੇ 'ਚ ਸਵਾਏ ਦਾ ਅਰਥ ਹੁੰਦਾ ਜ਼ਿਆਦਾ। ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਐਵੇਂ ਕਈ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਹਿਸਾਬ ਨਾਲ ਅਰਥ ਦੇ ਦਿੱਤਾ ਹੈ, ਉਹਦਾ ਮੂਲ ਅਰਥ ਹੋਰ ਹੁੰਦਾ ਹੈ ਤੇ ਅਸੀਂ ਆਪਣੇ ਅਨੁਸਾਰੀ ਹੋਰ ਅਰਥ ਉਹਦਾ ਮੰਨ ਲੈਂਦੇ ਹਾਂ। ਇਸੇ ਤਰ੍ਹਾਂ ਹਰਖ ਅਤੇ ਸੋਗ ਦੋ ਸ਼ਬਦ ਨੇ। ਹਰਖ ਖੁਸ਼ੀ ਦਾ, ਪ੍ਰਸੰਨਤਾ ਦਾ, ਆਨੰਦ ਦਾ ਪ੍ਰਤੀਕ ਹੈ। ਸੋਗ ਚਿੰਤਾ, ਫਿਕਰ, ਗਮ, ਤੌਖਲਾ ਤੇ ਸਹਿਮ ਦਾ ਪ੍ਰਤੀਕ ਹੈ। ਸਤਿਗੁਰੂ ਦੇ ਘਰ ਵਿੱਚ ਹਰਖ ਆਨੰਦ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਇੱਥੇ ਹਰਖ ਸੋਗ ਨਹੀਂ ਸਗੋਂ ਆਨੰਦ ਹੈ, ਸਦਾ ਹੀ ਖੇੜਾ, ਸਦਾ ਹੀ ਪ੍ਰਸੰਨਤਾ ਹੈ। ਖੁਸ਼ੀ ਪ੍ਰਸੰਨਤਾ ਨਾਲ ਘਰ ਭਰਪੂਰ ਹੋਇਆ। ਭਾਈ ਸਾਹਿਬ ਕਹਿੰਦੇ ਪੂਰਨ ਭਵਨ ਭਇਓ, ਘਰ ਸਾਰਾ ਪੂਰਨ ਤੌਰ ਤੇ ਭਵਨ ਦਾ ਘਰ ਭਰ ਗਿਆ। ਮੁੱਧ ਠਾਣਤ, ਸਾਰੇ ਮੁੱਧ ਖੁਸ਼ੀ ਠਾਣਤ ਕਰਦੇ ਪਏ ਨੇ, ਬੜੀ ਪ੍ਰਸੰਨਤਾ ਜ਼ਾਹਿਰ ਕਰਦੇ ਨੇ। ਮਾਂ ਗੰਗਾ ਜੀ ਸਾਰਿਆਂ ਦਾ ਸਨਮਾਨ ਕਰਦੇ ਪਏ ਹਨ। ਮ੍ਰਿਦੁਲ ਗਿਰਾ ਤੇ ਨਿਕਟ ਬਿਠਾਵਤ, ਉਮੰਗ ਉਮੰਗ ਸਗਰੀ ਤ੍ਰਿਯ ਗਾਵਤ। ਤੇ ਮਾਤਾ ਜੀ ਬੜੇ ਪਿਆਰੇ ਬੋਲ ਕਹਿ ਕੇ ਆਈਆਂ ਬੀਬੀਆਂ ਨੂੰ, ਮਾਤਾਵਾਂ ਨੂੰ ਨੇੜੇ ਬਿਠਾਉਂਦੇ ਨੇ ਤੇ ਬੀਬੀਆਂ ਉਮੰਗ ਉਮੰਗ ਕੇ ਉਤਸ਼ਾਹ ਵਿੱਚ ਆ ਕੇ ਖੁਸ਼ੀ ਨਾਲ ਭਰ ਕੇ ਸਗਰੀ ਤ੍ਰਿ ਗਾਵਤ ਸਾਰੀਆਂ ਬੀਬੀਆਂ ਗਾ ਰਹੀਆਂ ਹਨ। ਕਹਿ ਬ੍ਰਿੰਦ ਨਰ ਨਾਰੀ ਐਸੇ, ਬਿਤੈ ਜਾਮਨੀ ਤੂਰਨ ਕੈਸੇ। ਇਹ ਰਾਤ ਦਾ ਸਮਾਂ ਹੈ। ਭਾਈ ਸਾਹਿਬ ਕਹਿੰਦੇ ਸਾਰੀਆਂ ਨਾਰੀਆਂ ਇਸ ਤਰ੍ਹਾਂ ਕਹਿ ਰਹੀਆਂ ਨੇ, ਨਾਲੇ ਗਾ ਰਹੀਆਂ ਨਾਲੇ ਕਹਿ ਰਹੀਆਂ ਨੇ ਰਾਤ ਜਿਹੜੀ ਹੈ ਛੇਤੀ ਬਤੀਤ ਹੋਵੇ। ਬਿਤੇ ਜਾਮਨੀ ਤੂਰਨ ਕੈਸੇ, ਜ਼ਿਆਦੀ ਖੁਸ਼ੀ ਤੇ ਜ਼ਿਆਦਾ ਦੁੱਖ ਰਾਤ ਲੰਮੀ ਕਰ ਦਿੰਦਾ ਹੈ। ਖੁਸ਼ੀ ਜ਼ਿਆਦੀ ਹੋਵੇ ਤਾਂ ਵੀ ਦਿਨ ਚੜ੍ਹਨ ਦਾ ਨਾਂ ਨਹੀਂ ਆਉਂਦਾ। ਕੋਈ ਕੱਲ੍ਹ ਨੂੰ ਅਗਲੇ ਦਿਨ ਖੁਸ਼ੀ ਦਾ ਕਾਰਜ ਕਰਨਾ ਹੋਵੇ, ਬੰਦਾ ਸਾਰੀ ਰਾਤ ਨਹੀਂ ਸੌਂਦਾ। ਦੁੱਖ ਦੀ ਰਾਤ ਵੀ ਲੰਮੀ ਹੋ ਜਾਂਦੀ ਹੈ। ਬੀਬੀਆਂ ਖੁਸ਼ੀ ਦੇ ਗੀਤ ਗਾ ਰਹੀਆਂ ਤੇ ਉਹ ਚਾਹੁੰਦੀਆਂ ਕਿ ਛੇਤੀ ਰਾਤ ਬਤੀਤ ਹੋ ਜਾਏ। ਬਿਤੇ ਜਾਮਨੀ ਤੂਰਨ ਹੁੰਦੀ ਛੇਤੀ ਕਾਹਲੀ ਨਾਲ। ਬਿਤੇ ਜਾਮਨੀ, ਜਾਮਨੀ ਕਹਿੰਦੇ ਰਾਤ ਨੂੰ, ਤੂਰਨ ਕੈਸੇ ਕਿਸੇ ਤਰੀਕੇ ਨਾਲ ਰਾਤ ਛੇਤੀ ਛੇਤੀ ਲੰਘ ਜਾਵੇ, ਰਾਤ ਛੇਤੀ ਬਤੀਤ ਹੋ ਜਾਵੇ। ਹੋਤ ਪ੍ਰਾਤ ਕੇ ਉਤਸਵ ਨਾਨਾ, ਮੰਗਲ ਕੌਤਿਕ ਪਿਖੈ ਮਹਾਨਾ। ਤੇ ਹੋ ਰਹੇ ਨੇ ਪ੍ਰਾਤ ਕੇ ਉਤਸਵ ਨਾਨਾ, ਸਵੇਰ ਤੋਂ ਸ਼ਾਮਾਂ ਤੋਂ, ਸਵੇਰ ਤੋਂ ਲੈ ਕੇ ਸ਼ਾਮਾਂ ਪੈ ਗਈਆਂ। ਗੁਰੂ ਘਰ 'ਚ ਬੜਾ ਭਾਰੀ ਉਤਸ਼ਾਹ ਹੋ ਰਿਹਾ ਹੈ। ਮੰਗਲਾਂ ਦੇ ਕੌਤਕ ਪਿਖੇ ਮਹਾਨਾ, ਪਿਖੇ ਦਿਸਦੇ ਨੇ ਮਹਾਨਾ, ਬਹੁਤ ਭਾਰੀ, ਵੇਖਣ ਵਾਲੇ ਵੇਖ ਰਹੇ ਤੱਕਦੇ ਹਨ। ਸਭ ਤੇ ਹੈ ਵੱਡ ਭਾਗ ਹਮਾਰੀ, ਸ਼੍ਰੀ ਹਰਿ ਗੋਬਿੰਦ ਚੰਦ ਨਿਹਾਰੀ। ਜੋ ਮਾਤਾਵਾਂ ਬੀਬੀਆਂ ਕੀ ਕਹਿੰਦੀਆਂ ਨੇ, ਕਹਿੰਦੀਆਂ ਸਾਡੇ ਸਾਰਿਆਂ ਤੋਂ ਵੱਡੇ ਭਾਗ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਉਹਨਾਂ ਦੇ ਧਰਮ ਸੁਪਤਨੀ ਮਾਤਾ ਜੀ ਦੇ ਕੀਤੇ ਤੇ ਉਹਨਾਂ ਦੇ ਸਾਹਿਬਜ਼ਾਦਾ ਜਿਹੜੇ ਚੰਦਰਮਾ ਸਰੀਖੇ ਨੇ। ਸ਼੍ਰੀ ਹਰਿ ਗੋਬਿੰਦ ਚੰਦ ਨਿਹਾਰੇ, ਨਿਹਾਰੇ ਕਹਿੰਦੇ ਵੇਖੇ, ਚੰਦਰਮਾ ਸਰੀਖੇ। ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ, ਸਾਡੇ ਵੱਡੇ ਭਾਗ ਹਨ।
शादी को निकसावे टीका, मानुख जन्म होए हम नीका। ਤੇ ਹੁਣ ਜਦੋਂ ਸ਼ਾਦੀ ਦਾ ਅਖਰੀ ਅਰਥ ਫਾਰਸੀ ਦਾ ਸ਼ਬਦ ਹੁੰਦਾ ਖੁਸ਼ੀ। ਖੁਸ਼ੀ ਭਾਵ ਅਰਥ ਹੈ ਮੰਗਣੀ ਦਾ। ਜਦੋਂ ਮੰਗਣੀ ਦਾ ਟਿੱਕਾ ਲੱਗੇਗਾ ਨਾ ਮਸਤਕ ਉੱਪਰ, ਤਾਂ ਅਸੀਂ ਵੇਖਾਂਗੀਆਂ ਮਾਨੁਖ ਜਨਮ ਹੋਏ ਹਮ ਨੀਕਾ, ਸਾਡਾ ਮਨੁੱਖਾ ਜਨਮ ਸੋਹਣਾ ਹੋ ਜਾਵੇਗਾ। ਜਦੋਂ ਸਤਿਗੁਰੂ ਦੇ ਘਰ ਦੀਆਂ ਖੁਸ਼ੀਆਂ ਵੇਖਾਂਗੇ, ਸਾਨੂੰ ਵੀ ਬੜੀ ਭਾਰੀ ਖੁਸ਼ੀ ਪ੍ਰਸੰਨਤਾ ਹੋਵੇਗੀ, ਸਾਡਾ ਜਨਮ ਸਫਲ ਹੋਵੇਗਾ। लेन हार त्रिय आवत केई, हरख धरत गंगा धन देई। ਭਾਈ ਸਾਹਿਬ ਕਹਿੰਦੇ ਸਵੇਰ ਤੋਂ ਹੀ ਬਹੁਤ ਸਾਰੀਆਂ ਲੇਨਹਾਰ ਤਰੀ ਕਈ ਬੀਬੀਆਂ ਜਿਹੜੀਆਂ ਨੇ ਮੰਗਣ ਵਾਲੀਆਂ ਉਹ ਵੀ ਆ ਰਹੀਆਂ ਨੇ, ਤੇ ਮਾਂ ਗੰਗਾ ਜੀ ਬੜਾ ਹਰਖ ਧਾਰਤ ਖੁਸ਼ੀ ਧਾਰ ਕੇ ਧਨ ਦੇਈ, ਧਨ ਦਿੰਦੇ ਨੇ। ਜੋ ਕੋਈ ਮੰਗਦਾ ਮਾਂ ਗੰਗਾ ਜੀ ਖੁਸ਼ੀ ਵਿੱਚ ਆਏ ਹੋਏ ਦਿੱਤੀ ਜਾਂਦੇ ਹਨ। किसहू बसन देत हित धरै, किसै विभूखन दै भो करै। ਤੇ ਮਾਤਾ ਜੀ ਇੰਨੇ ਖੁਸ਼ੀ ਪ੍ਰਸੰਨਤਾ ਵਿੱਚ ਨੇ। ਕਿਸੋਂ ਬਸਨ ਦਾ ਅਰਥ ਹੈ ਬਸਤਰ ਕੱਪੜੇ, ਕਿਸੇ ਨੂੰ ਬਸਤਰ ਦਿੰਦੇ ਨੇ। ਹਿੱਤ ਧਰੇ ਪ੍ਰੇਮ ਧਾਰ ਕੇ, ਕਿਸੇ ਵਿਭੂਖਨ ਦੈ ਭੋ ਕਰੇ। ਵਿਭੂਖਨ ਹੁੰਦੇ ਗਹਿਣੇ, ਸੋਨੇ ਦੇ ਘੜੇ ਹੋਏ ਗਹਿਣੇ ਹੀ ਕਿਸੇ ਨੂੰ ਮਾਤਾ ਜੀ ਦਾਨ ਕਰਦੇ ਹਨ। किसहू देत अधिक मिष्टान, किह सो माधुर करत बखान। ਤੇ ਕਿਸੇ ਤਾਈ ਮਿਸ਼ਟਾਨ ਮਿੱਠਾ ਬਹੁਤ ਸਾਰੀਆਂ ਮਠਿਆਈਆਂ ਦਿੰਦੇ ਨੇ, ਕਿਸੇ ਤਾਈ ਮਿੱਠੇ ਸਤਿਕਾਰਤ ਭਰੇ ਬੋਲ ਬੋਲ ਕੇ ਅਦਬ ਕਰਦੇ ਨੇ। ਧੰਨ ਮਾਂ ਗੰਗਾ ਜਗਤ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਧਰਮ ਸੁਪਤਨੀ ਹਨ। ਪਰ ਸਿੱਖ ਸੰਗਤਾਂ ਲੋੜਵੰਦਾਂ ਨਾਲ ਕਿਹੋ ਜਿਹਾ ਵਰਤਾਓ ਕਰਦੇ ਨੇ। ਅੱਜ ਦੇ ਜਿਹੜੇ ਆਪੇ ਬਣੇ ਰੱਬ ਬਣੇ ਫਿਰਦੇ ਨੇ, ਉਹਨਾਂ ਦੇ ਪਰਿਵਾਰਾਂ ਨੂੰ ਸਿੱਖਿਆ ਲੈਣੀ ਚਾਹੀਦੀ। ਉਹਨਾਂ ਦੇ ਨੌਕਰ ਹੀ ਮਾਣ ਨਹੀਂ ਹੁੰਦੇ। ਘਰ ਦੇ ਮੈਂਬਰ ਤਾਂ ਇੱਕ ਪਾਸੇ, ਸਤਿਗੁਰੂ ਪਾਤਸ਼ਾਹ ਜੀ ਦੇ ਧਰਮ ਸੁਪਤਨੀ ਉਹਨਾਂ ਦਾ ਇਤਿਹਾਸ ਮਾਤਾ ਖੀਵੀ ਜੀ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਨਾਮ ਹੈ। ਆਪ ਹੱਥੀਂ ਲੰਗਰ ਤਿਆਰ ਕਰਦੇ, ਵਰਤਾਉਣ ਦੇ ਵਿੱਚ ਘਿਓ ਪਾਉਂਦੇ ਨੇ, ਖੀਰ ਦੇ। ਸਿੱਖ ਸੰਗਤਾਂ ਨੂੰ ਬੜਾ ਪਿਆਰ ਦਿੰਦੇ ਨੇ। ਸਹੀ ਮਾਂ ਵਾਲਾ ਫਰਜ਼ ਨਿਭਾਉਂਦੇ ਨੇ ਮਾਤਾ ਖੀਵੀ ਜੀ। ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਮਹਿਲ ਤੇ ਮਾਂ ਗੰਗਾ ਜੀ ਦੀ ਵੀ ਇਹ ਸਿਫਤ ਭਾਈ ਸਾਹਿਬ ਨੇ ਲਿਖੀ ਹੈ ਕਿ ਮਾਂ ਗੰਗਾ ਜੀ ਕਦੀ ਕਿਸੇ ਨੂੰ ਕੌੜਾ ਫਿੱਕਾ ਨਹੀਂ ਬੋਲਦੇ। ਮਧੁਰ ਕਰਤ ਬਖਾਨ, ਮਧੁਰ ਹੁੰਦਾ ਮਿੱਠਾ, ਬੜੇ ਮਿੱਠੇ ਪਿਆਰ ਭਰੇ ਰਸ ਵਾਲੇ ਬਚਨ ਬੋਲ ਕੇ ਸਾਰਿਆਂ ਦਾ ਅਦਬ ਸਤਿਕਾਰ ਕਰਦੇ ਹਨ। ਭਈ ਪ੍ਰਥਮ ਸ਼ਾਦੀ ਜਗ ਗੁਰ ਕੇ, ਦੇਤ ਚੌਗੁਣੋ ਧਨ ਮੁਦ ਕਰਕੇ। ਤੇ ਮਾਂ ਗੰਗਾ ਜੀ ਦਾ ਇੱਕੋ ਇੱਕ ਹੀ ਪੁੱਤਰ ਹੈ। ਪਹਿਲੀ ਖੁਸ਼ੀ ਹੈ ਮਾਂ ਗੰਗਾ ਜੀ ਦੀ ਦੁਨੀਆ ਦੇ ਵਿੱਚ। ਪ੍ਰਥਮ ਸ਼ਾਦੀ, ਪਹਿਲੀ ਸ਼ਾਦੀ ਹੈ ਪੁੱਤਰ ਦੀ। ਇਸ ਵਾਸਤੇ ਦੇਤ ਚੌਗੁਣੋ, ਚੌਗੁਣਾ ਵੱਧ ਧਨ ਮੁੱਧ ਭਰ ਕਰਕੇ, ਖੁਸ਼ੀ ਮਨ ਚ ਕਰਕੇ, ਪ੍ਰਸੰਨਤਾ ਕਰਕੇ ਮਾਂ ਗੰਗਾ ਜੀ ਲੋੜਵੰਦਾਂ ਦੇ ਤਾਈਂ 4 ਗੁਣਾ ਧਨ ਵੱਧ ਦਿੰਦੇ ਹਨ। ਬਾਦਤ ਕੀਰ ਬਜਾਵਨ ਹਾਰੀ, ਅਪਰ ਕਿਤੇ ਜੋ ਜਾਚਕ ਦਵਾਰੀ। ਵਾਜੇ ਵਜਾਉਣ ਵਾਲਿਆਂ ਨੂੰ ਤੇ ਹੋਰ ਜਿੰਨੇ ਕੁ ਜਾਚਕ ਹੁੰਦੇ, ਮੰਗਤੇ ਜਿੰਨੇ ਵੀ ਮੰਗਤੇ ਦਵਾਰ ਅੱਗੇ ਆ ਕੇ ਖਲੋਤੇ ਹਨ। ਡੂਮ ਭਾਟ ਜੁਤ ਦੇਖ ਸਰਬ ਕੋ, ਲੇਤ ਬਧਾਈ ਦੇਤ ਦਰਬ ਕੋ। ਡੂਮ ਕਹਿੰਦੇ ਨੇ ਮਰਾਸੀਆਂ ਨੂੰ, ਭਾਟ ਕਹਿੰਦੇ ਨੇ, ਭੱਟ ਹੁੰਦੇ ਗਵਈਏ ਗਾਉਣ ਵਾਲੇ, ਸਿਫਤ ਕਰਨ ਵਾਲੇ। ਉਹਨਾਂ ਨੂੰ ਆਇਆਂ ਹੋਇਆਂ ਨੂੰ ਵੇਖ ਕਰਕੇ ਦੇਤ ਸਰਬ ਕੋ, ਸਾਰਿਆਂ ਨੂੰ ਜੁੱਤ ਸਾਰਿਆਂ ਦੇ ਸਮੇਤ ਦਿੰਦੇ ਨੇ। ਜਦੋਂ ਧਨ ਜੋ ਕਿਸੇ ਦੀ ਇੱਛਾ ਹੁੰਦੀ ਮਾਤਾ ਜੀ ਦਿੰਦੇ, ਫਿਰ ਅੱਗੋਂ ਵਧਾਈਆਂ ਦਿੰਦੇ, ਬੜੇ ਖੁਸ਼ ਹੁੰਦੇ। ਲੇਤ ਵਧਾਈ ਦੇਤ ਦਰਬ ਕੋ, ਮਾਤਾ ਜੀ ਧਨ ਦਿੰਦੇ ਹੋਏ ਵਸਤੂਆਂ ਦਿੰਦੇ, ਉਹਨਾਂ ਕੋਲੋਂ ਵਧਾਈਆਂ ਲੈਂਦੇ ਹਨ। ਦੀਪ ਮਾਲ ਤਿਸ ਕਾਲ ਵਿਸ਼ਾਲਾ, ਹੋਤ ਭਈ ਸਭ ਥਾਨ ਉਜਾਲਾ। ਦੀਪ ਕਹਿੰਦੇ ਦੀਵਿਆਂ ਨੂੰ, ਮਾਲਾ ਹੁੰਦੀਆਂ ਪੰਕਤੀਆਂ, ਦੀਵਿਆਂ ਦੀਆਂ ਪੰਕਤੀਆਂ ਮਾਲਾਂ। ਬਹੁਤ ਸਾਰੇ ਦੀਵੇ ਜਗਾ ਕਰਕੇ ਸਤਿਗੁਰੂ ਪਾਤਸ਼ਾਹ ਦੇ ਮਹਿਲਾਂ ਤੇ ਰੌਸ਼ਨੀ ਕੀਤੀ ਗਈ। ਹੋਤ ਭਈ ਸਭ ਥਾਨ ਉਜਾਲਾ। ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਤੇ ਜਾਂ ਗੁਰਪੁਰਬਾਂ ਤੇ ਦੀਪਮਾਲਾ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਹੀ
ਸਤਿਗੁਰੂ ਪਾਤਸ਼ਾਹ ਦੇ ਮਹਾਨ ਪਾਵਨ ਅਸਥਾਨ ਤੇ ਬਹੁਤ ਭਾਰੀ ਸੋਹਣੀ ਦੀਪਮਾਲਾ ਹੋ ਰਹੀ ਹੈ। ਸੁਦਾ ਸਰੋਵਰ ਸ਼੍ਰੀ ਹਰਿਮੰਦਰ ਪੁਰ ਅਰ ਵਿਪਨੀ ਕੇ ਥਲ ਸੁੰਦਰ। ਦੀਪਮਾਲਾ ਨਾਲ ਸਾਰੇ ਥਾਵਾਂ ਤੇ ਉਜਾਲਾ, ਰੌਸ਼ਨੀ ਹੀ ਰੌਸ਼ਨੀ, ਪ੍ਰਕਾਸ਼ ਹੀ ਪ੍ਰਕਾਸ਼ ਹੋ ਰਿਹਾ ਹੈ। ਸੁਦਾ ਸਰੋਵਰ, ਅੰਮ੍ਰਿਤ ਸਰੋਵਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉੱਥੇ ਬਹੁਤ ਸਾਰੇ ਦੀਵੇ ਜਗਾਏ ਗਏ। ਪਾਵਨ ਸਰੋਵਰ ਦੇ ਚਾਰ ਚੁਫੇਰੇ ਦੀਵੇ ਹੀ ਦੀਵੇ ਜਗਾਏ ਗਏ, ਕਿਉਂਕਿ ਰੌਸ਼ਨੀ ਇੱਕ ਖੁਸ਼ੀ ਦਾ ਪ੍ਰਤੀਕ ਹੈ, ਹਨੇਰਾ ਦੁੱਖ ਦਾ ਪ੍ਰਤੀਕ ਹੈ। ਪੁਰਾਣੇ ਸਮੇਂ 'ਚ ਕੋਈ ਪੁਰਾਣੀ ਘਰ 'ਚ ਚੜ੍ਹਾਈ ਕਰ ਜਾਵੇ ਇੱਥੋਂ ਤੱਕ, ਕਿਉਂਕਿ ਰੋਟੀ ਪਾਣੀ ਬਣਾਉਣ ਵਾਸਤੇ ਵੀ ਅੱਗ ਨਹੀਂ ਸੀ ਬਾਲੀ ਜਾਂਦੀ। ਕਾਰਨ ਉਹਦਾ ਕੀ ਹੁੰਦਾ ਸੀ? ਕਿਉਂਕਿ ਅੱਗ ਜਿਹੜੀ ਬਾਲਣੀ ਹੈ ਖੁਸ਼ੀ ਦਾ ਪ੍ਰਤੀਕ ਹੈ, ਰੌਸ਼ਨੀ ਖੁਸ਼ੀ ਦਾ ਪ੍ਰਤੀਕ ਹੈ। ਆਂਢ ਗੁਆਂਢ ਘਰੋਂ ਚਾਹ ਪਾਣੀ ਬਣ ਕੇ ਆਉਂਦਾ ਹੁੰਦਾ ਸੀ, ਕਹਿੰਦੇ ਸੀ ਘਰ ਵਿੱਚ ਨਾ ਅੱਗ ਬਾਲੋ। ਸੋ ਸਤਿਗੁਰੂ ਦੇ ਘਰ ਵਿੱਚ ਸਦਾ ਹੀ ਤੇਰੇ ਘਰ ਆਨੰਦ ਵਧਾਈ ਤੁਧ ਕਰ, ਉੱਥੇ ਸਦਾ ਹੀ ਖੁਸ਼ੀਆਂ ਖੇੜੇ ਪ੍ਰਸੰਨਤਾ ਚੜ੍ਹਦੀ ਕਲਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤ ਸਰੋਵਰ ਦੇ ਚਾਰ ਚੁਫੇਰੇ। ਫਿਰ ਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ, ਵਿਪਣੀ ਹੁੰਦੀਆਂ ਦੁਕਾਨਾਂ, ਬਾਜ਼ਾਰ, ਬਾਜ਼ਾਰਾਂ ਵਿੱਚ ਦੁਕਾਨਾਂ ਤੇ ਸਾਰੇ ਥਾਵਾਂ ਤੇ ਥਲ ਸੁੰਦਰ, ਬੜੀ ਸੋਹਣੀ ਰੌਸ਼ਨੀ ਕੀਤੀ, ਦੀਵੇ ਜਗਾਏ ਹੋਏ, ਪ੍ਰਕਾਸ਼ ਹੋ ਰਿਹਾ ਹੈ। ਜਨ ਉਤਸਵ ਧਰ ਕਰ ਨਿਜ ਰੂਪ, ਰਾਮਦਾਸਪੁਰ ਆਏ ਅਨੂਪ। ਭਾਈ ਸਾਹਿਬ ਕਹਿੰਦੇ ਹੋ ਸਮਝ ਲਵੋ ਕਿ ਜਨ ਉਤਸਵ, ਜਿਵੇਂ ਸਾਰੇ ਉਤਸਵ ਜਿੰਨੀਆਂ ਖੁਸ਼ੀਆਂ ਨਾ ਆਪਣਾ ਆਪਣਾ ਨਿਜ ਸਰੂਪ ਧਾਰਨ ਕਰਕੇ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਪੁਰੀ ਵਿੱਚ ਆ ਪਹੁੰਚੇ ਨੇ। ਪੁਰ ਆਏ ਅਨੂਪ, ਸੋਹਣੀ ਗੁਰੂ ਕੀ ਨਗਰੀ ਵਿੱਚ ਜਿੰਨੇ ਚਾਅ ਖੁਸ਼ੀਆਂ ਮੰਗਲ ਨੇ ਉਹ ਆਪਣੇ ਆਪਣੇ ਰੂਪ ਧਾਰ ਕੇ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਵਿੱਚ ਆ ਉਤਰੇ ਹਨ। ਮੰਗਲ ਰੀਤ ਜਿਤਕ ਜਗ ਹੈ, ਸਭ ਹੀ ਕਰੀ ਜਥਾ ਬ੍ਰਿਧ ਕਹੈ। ਮੰਗਲਾਂ ਖੁਸ਼ੀਆਂ ਦੀ ਰੀਤੀ ਜਿੰਨੀ ਵੀ ਸੰਸਾਰ ਦੇ ਅੰਦਰ ਹੈ, ਸਾਰੀ ਕਰੀ ਜਥਾ ਬ੍ਰਿਧ ਕਹੈ। ਜਿਵੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਨਾ ਕਿ ਸਾਧ ਸੰਗਤ ਜੀ ਗੁਰੂ ਦੇ ਘਰ ਵਿੱਚ ਖੁਸ਼ੀਆਂ ਨੇ, ਬਾਬਾ ਬੁੱਢਾ ਸਾਹਿਬ ਦੇ ਹੁਕਮ ਨਾਲ ਇਸ ਤਰ੍ਹਾਂ ਦੀਵੇ ਜਗਾਏ ਜਾ ਰਹੇ ਨੇ, ਰੌਸ਼ਨੀ ਕੀਤੀ ਜਾ ਰਹੀ ਹੈ, ਖੁਸ਼ੀਆਂ ਤੇ ਉਤਸਵ ਕੀਤੇ ਜਾ ਰਹੇ ਹਨ। ਸੋ ਬਹੁਤ ਭਾਰੀ ਸੰਗਤਾਂ ਅੰਦਰ ਖੁਸ਼ੀ ਹੈ। ਖਾਨ ਪਾਨ ਕਰ ਕੈ ਨਰ ਨਾਰੀ, ਗੁਰ ਘਰ ਮੰਗਲ ਤੇ ਮੁਦ ਧਾਰੀ। ਖਾਣਾ ਪੀਣਾ ਕਰਕੇ ਨਰ ਨਾਰੀਆਂ ਮਰਦ ਇਸਤਰੀਆਂ ਸਾਰਿਆਂ ਨੇ ਗੁਰੂ ਕੇ ਘਰ ਵਿੱਚੋਂ ਲੰਗਰ ਪ੍ਰਸ਼ਾਦ ਛਕਿਆ ਤੇ ਗੁਰੂ ਘਰ 'ਚ ਮੰਗਲ ਤੇ ਮੁਦ ਧਾਰੀ। ਗੁਰੂ ਘਰ 'ਚ ਮੰਗਲ ਖੁਸ਼ੀਆਂ ਨੇ, ਜਿਸ ਕਰਕੇ ਮੁੱਧ ਧਾਰੀ ਸਾਰੀਆਂ ਸਿੱਖ ਸੰਗਤਾਂ ਨੇ ਬੜੀ ਭਾਰੀ ਖੁਸ਼ੀ ਪ੍ਰਸੰਨਤਾ ਮਨ 'ਚ ਧਾਰਨ ਕੀਤੀ ਹੈ। ਅਰਧ ਰਾਤ ਲਗ ਗਾਵਤ ਰਹੀ, ਪ੍ਰਾਤ ਪ੍ਰਤੀਖਤ ਨਿੰਦਰਾ ਲਹੀ। ਅਰਧ ਰਾਤ, ਅੱਧੀ ਰਾਤ ਲੰਘ ਗਈ, ਮਾਈਆਂ ਬੀਬੀਆਂ ਜਿਹੜੀਆਂ ਸਾਨੂੰ ਗੁਰਬਾਣੀ ਗਾਇਨ ਕਰਦੀਆਂ ਰਹੀਆਂ, ਗਾਉਂਦੀਆਂ ਰਹੀਆਂ। ਰਾਤ ਪ੍ਰਤੀਖਤ ਨਿੰਦਰਾ ਲਹੀ, ਰਾਤ ਕਦੋਂ ਲੰਘੇ, ਕਦੋਂ ਰਾਤ ਬਤੀਤ ਹੋਵੇ, ਨਿੰਦਰਾ ਜਿਹੜੀ ਸੀ ਨਾ ਸਾਰੀ ਉੱਡੀ ਗਈ। ਕਿਉਂਕਿ ਪਹਿਲੇ ਪੈਰ ਜੇਕਰ ਬੰਦਾ ਨਾ ਸੋਵੇ, ਨੀਂਦ ਉੱਡ ਜਾਵੇ, ਫਿਰ ਨੀਂਦ ਛੇਤੀ ਨਹੀਂ ਆਉਂਦੀ। ਭਾਈ ਸਾਹਿਬ ਕਹਿੰਦੇ ਨਿੰਦਰਾ ਨੀਂਦ ਸਾਰੀਆਂ ਦੀ ਦੂਰ ਹੋ ਗਈ, ਜਿਹੜੀਆਂ ਬੈਠੀਆਂ ਸਨ ਖੁਸ਼ੀ ਚਾਅ ਵਿੱਚ ਡੀਕਦੀਆਂ ਨੇ। ਪ੍ਰਾਂਤ ਪ੍ਰਤੀਖਤ, ਸਵੇਰ ਕਦੋਂ ਹੋਵੇ ਡੀਕ ਰਹੀਆਂ ਨੇ, ਇਸ ਵਾਸਤੇ ਨਿੰਦਰਾ ਸਾਰੀਆਂ ਦੀ ਦੂਰ ਹੋ ਗਈ। ਕੋ ਹਰਖਤ ਬਹੁ ਸੁਪਤਿਓ ਨਾਹੀ, ਦੇਖੈ ਉਤਸਵ ਮੁਦੋਰ ਮਾਹੀ। ਭਾਈ ਸਾਹਿਬ ਕਹਿੰਦੇ ਇੰਨਾ ਹਰਖਤ ਖੁਸ਼ੀ ਪ੍ਰਸੰਨਤਾ ਸਤਿਗੁਰੂ ਦੇ ਘਰ 'ਚ ਕੋਈ ਸੁੱਤਾ ਹੀ ਨਹੀਂ ਉਸ ਰਾਤ। ਜਿਸ ਰਾਤ ਅਗਲੇ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਮੰਗਣਾ ਹੋਣਾ ਸੀ, ਉਹ ਜਿਹੜੀ ਰਾਤ ਪਹਿਲੀ ਰਾਤ ਸੀ, ਇੰਨਾ ਚਾਅ ਉਤਸ਼ਾਹ ਹੈ। ਸਿੱਖ ਸੰਗਤਾਂ ਚਿਰਾਂ ਤੋਂ ਵਰਿਆਂ ਤੋਂ ਢੀਕਦੀਆਂ ਸਨ ਕਿ ਸਤਿਗੁਰੂ ਦੇ ਘਰ 'ਚ ਖੁਸ਼ੀਆਂ ਆਉਣ, ਮੰਗਲ ਆਉਣ, ਸਮਾਂ ਸਾਨੂੰ ਵੇਖਣਾ ਨਸੀਬ ਹੋਵੇ। ਇਸ ਵਾਸਤੇ ਇੰਨੇ ਖੁਸ਼ੀ ਪ੍ਰਸੰਨਤਾ ਵਿੱਚ ਸਿੱਖ ਉਹਨਾਂ ਦੇ ਹਿਰਦੇ ਭਰੇ ਨੇ ਕਿ ਸੁਪਤਿਓ ਨਾਹੀ, ਕੋਈ ਬਹੁਤਾ ਸੁੱਤਾ ਹੀ ਨਹੀਂ ਹੈ। ਦੇਖੇ ਉਸ ਮੁੱਧ ਔਰ ਮਾਹੀ, ਸਾਰਿਆਂ ਦੇ ਮਨਾਂ 'ਚ ਬੜਾ ਚਾਅ ਖੁਸ਼ੀ ਹੈ ਕਿ ਕਦੋਂ ਦਿਨ ਚੜ੍ਹੇ ਤੇ ਕਦੋਂ ਅਸੀਂ ਗੁਰੂ ਸਾਹਿਬ ਜੀ ਦਾ ਮਹਾਨ ਉਤਸਵ ਖੁਸ਼ੀਆਂ ਚਾਅ ਮਲਾਰਾਂ ਦੇ ਨਾਲ ਵੇਖਣਾ ਕਰੀਏ। ਜਾਮ ਜਾਮਨੀ ਸ਼੍ਰੀ ਗੁਰ ਜਾਗੇ,
ਕਿਰਿਆ ਸੋਚ ਸਭ ਕਰ ਵੇ ਲਾਗੇ। ਪੰਚਮ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਮ ਜਾਮਣੀ, ਜਾਮ ਹੁੰਦਾ ਪੈਰ, 3 ਘੰਟਿਆਂ ਦਾ ਇੱਕ ਪੈਰ ਹੁੰਦਾ, ਜਾਮਣੀ ਹੁੰਦੀ ਰਾਤ। ਇੱਕ ਪੈਰ ਜਦੋਂ 3 ਘੰਟੇ ਰਾਤ ਰਹਿ ਗਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗੇ ਹਨ। ਅੰਮ੍ਰਿਤ ਵੇਲਾ ਹੋਇਆ, ਸਾਹਿਬ ਜਾਗੇ, ਪਹਿਲਾਂ ਸ਼ੌਚ ਕਿਰਿਆ ਕਰਨ ਲੱਗੇ ਹਨ। ਸ਼ੌਚ ਕਿਰਿਆ ਕਰਕੇ ਪਹਿਲਾਂ ਘਰ ਵਿੱਚ ਇਸ਼ਨਾਨ ਕੀਤਾ। ਸ਼੍ਰੀ ਹਰਿ ਮੰਦਿਰ ਕੋ ਇਸ਼ਨਾਨਾ, ਫਰਸ਼ ਫਨੂਸ ਕੈ ਸਵਧਾਨਾ। ਫਿਰ ਪਾਵਨ ਸਰੋਵਰ 'ਚ ਜਾ ਕੇ ਇਸ਼ਨਾਨ ਕੀਤਾ ਤੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ, ਜਿਵੇਂ ਅੱਜ ਵੀ ਮਰਿਆਦਾ ਹੈ। ਸ਼੍ਰੀ ਦਰਬਾਰ ਸਾਹਿਬ ਜੀ ਦਾ ਇਸ਼ਨਾਨ ਕਰਾਉਣ ਤੋਂ ਉਪਰੰਤ ਫਰਸ਼ ਫਨੂਸ ਕੈ ਸਵਧਾਨਾ। ਫਨੂਸ ਫਰਸ਼ ਜਿਹੜੀ ਵਿਛਾਈ ਸੀ ਨਾ, ਫਨੂਸ ਹੁੰਦਾ ਝਾੜ ਕਰਕੇ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਸੋ ਜੋ ਵਿਛਾਈ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ, ਉਹ ਸਾਰੀ ਝਾੜ ਕਰਕੇ ਸਾਫ਼ ਕਰਕੇ ਸ਼ੁੱਧਤਾ ਦੇ ਨਾਲ ਸਾਵਧਾਨਤਾ ਦੇ ਸਹਿਤ ਵਿਛਾਈ ਕੀਤੀ ਹੈ। ਸਾਰੀ ਸੁਚਮਤਾ ਪਵਿੱਤਰਤਾ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਤਿਆਰੀ ਕੀਤੀ। ਗਾਵਤ ਰਾਗੀ ਆਸਾਵਾਰ, ਰਾਗ ਰਾਗਨੀ ਸ਼ਬਦ ਮਝਾਰ। ਗੁਰੂ ਕੇ ਰਾਗੀ ਕੀਰਤਨੀਏ ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ ਗਾਇਨ ਕਰ ਰਹੇ ਨੇ। ਰਾਗ ਰਾਗਨੀ ਸ਼ਬਦ ਮਝਾਰ, ਰਾਗਾਂ ਵਿੱਚ ਤੇ ਰਾਗਣੀਆਂ ਦੇ ਵਿੱਚ ਗੁਰੂ ਕੀ ਧੁਰ ਕੀ ਬਾਣੀ ਦਾ ਸ਼ਬਦ ਗਾਇਨ ਗੁਰੂ ਕੇ ਕੀਰਤਨੀਏ ਕਰ ਰਹੇ ਹਨ। ਸ਼੍ਰੀ ਪਰਮੇਸ਼ਰ ਸਿਮਰ ਵਿਸਾਲਾ, ਸੁਖਦਾਇਕ ਗਾਇਕ ਸਭ ਕਾਲਾ। ਸ਼੍ਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਿਆ ਗਿਆ। ਸਤਿਗੁਰੂ ਜੀ ਦੇ ਘਰ ਵਿੱਚ ਕਿਹੋ ਜਿਹਾ ਵੀ ਸਮਾਂ ਹੋਵੇ, ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ, ਆਨੰਦ ਸਾਹਿਬ ਪੜ੍ਹਿਆ ਜਾਂਦਾ ਹੈ। ਸੋ ਸ਼੍ਰੀ ਪਰਮੇਸ਼ਰ ਸਿਮਰ ਵਿਸਾਲਾ, ਅਕਾਲ ਪੁਰਖ ਨੂੰ ਬੜਾ ਭਾਰੀ ਸਿਮਰਦਿਆਂ ਚੇਤੇ ਕਰਦਿਆਂ, ਸੁਖਦਾਇਕ ਗਾਇਕ ਸਭ ਕਾਲਾ। ਸੁਖਦਾਇਕ ਜੋ ਗੁਰੂ ਕੀ ਬਾਣੀ ਦਾ ਕੀਰਤਨ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸਦਾ ਹੀ ਗਾਇਆ ਜਾਂਦਾ ਹੈ। ਸੋ ਪਾਵਨ ਬਾਣੀ ਦਾ ਗਾਇਨ ਹੋ ਰਿਹਾ ਹੈ। ਸਤਿਗੁਰ ਬੀਚ ਬਿਰਾਜੇ ਜਾਏ, ਸਿੱਖਨ ਕੋ ਸਰੂਪ ਦਿਖਲਾਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆ ਕੇ ਬਿਰਾਜੇ, ਗੁਰੂ ਕੇ ਸਿੱਖਾਂ ਨੂੰ ਸੰਗਤਾਂ ਨੂੰ ਆਪਣੇ ਦਰਸ਼ਨ ਬਖਸ਼ੇ। ਕਰੇ ਨਿਹਾਲ ਅਧਿਕ ਫਲ ਦੀਨਸ, ਮਾਨੁਖ ਜਨਮ ਲਾਭ ਸਿੱਖ ਲੀਨਸ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਰਸ਼ਨ ਬਖਸ਼ਿਸ਼ ਕਰਕੇ ਉਪਦੇਸ਼ ਦੇਂਦਿਆਂ ਸਿੱਖ ਨਿਹਾਲ ਕੀਤੇ, ਅਧਿਕ ਫਲ ਦੀਨਸ। ਬੜਾ ਭਾਰੀ ਸਾਹਿਬਾਂ ਨੇ ਉਸ ਅੰਮ੍ਰਿਤ ਵੇਲੇ ਸਮੇਂ ਸਿੱਖਾਂ ਨੂੰ ਫਲ ਬਖਸ਼ਿਸ਼ ਕੀਤਾ ਦਰਸ਼ਨ ਦਿਦਾਰਾਂ ਦਾ। ਮਨੁੱਖਾ ਜਨਮ ਦਾ ਜੋ ਲਾਭ ਹੈ ਸਿੱਖ ਲੀਨਸ ਸਿੱਖਾਂ ਨੇ ਲਿਆ। ਮਨੁੱਖਾ ਜਨਮ ਦਾ ਲਾਭ ਕੀ ਹੈ, ਮਕਸਦ ਕੀ ਹੈ? ਆਇਓ ਸੁਨਨ ਪੜਨ ਕੋ ਬਾਣੀ। ਸੁਣ ਪੜਨ ਵਾਸਤੇ ਮਨੁੱਖ ਇਸ ਸੰਸਾਰ ਅੰਦਰ ਗੁਰੂ ਕੀ ਬਾਣੀ ਨੂੰ ਆਇਆ ਹੈ। ਇਹ ਮਕਸਦ ਇਹ ਮਨੋਰਥ ਸੀ ਜੋ ਸਿੱਖਾਂ ਨੇ ਹਾਸਲ ਕਰਦਿਆਂ ਹੋਇਆਂ ਸਫਲ ਕੀਤਾ। ਰਾਤ ਹੋਤ ਲੋ ਕੀਰਤਨ ਹੋਇਓ, ਸਿੱਖ ਸੰਗਤ ਗੁਰ ਦਰਸ਼ਨ ਜੋਇਓ। ਰਾਤ ਹੋਣ ਸਵੇਰ ਹੋਣ ਤੱਕ, ਦਿਨ ਚੜ੍ਹਨ ਤੱਕ। ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਸੂਰਜ ਦੀ ਟਿੱਕੀ, ਸੂਰਜ ਉਦੈ ਹੁੰਦਾ ਹੈ ਤਾਂ ਉਸ ਸਮੇਂ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਧੁਰ ਕੀ ਬਾਣੀ ਦਾ ਸ਼ਬਦ ਕੀਰਤਨ ਹੋ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਸੱਜੇ ਨੇ, ਬੇਅੰਤ ਸਿੱਖ ਸੰਗਤਾਂ ਗੁਰੂ ਕੀ ਬਾਣੀ ਦਾ ਆਨੰਦ ਮਾਣ ਰਹੀਆਂ ਹਨ। ਸਵੇਰ ਹੋਣ ਤੱਕ, ਦਿਨ ਚੜ੍ਹਨ ਤੱਕ ਬਾਣੀ ਦਾ ਕੀਰਤਨ ਹੁੰਦਾ ਰਿਹਾ। ਹਰਿ ਗੋਬਿੰਦ ਕੀ ਹੋਏ ਸਗਾਈ, ਲਾਗੀ ਬੈਠੇ ਆਏ ਇਥਾਈ। ਸੋ ਜਦੋਂ ਦਿਨ ਚੜ ਗਿਆ ਤਾਂ ਉਸ ਸਮੇਂ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਬਾਣੀ ਦੇ ਕੀਰਤਨ ਦੀ ਸਮਾਪਤੀ ਹੋਈ। ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਕੀ ਹੋਏ ਸਗਾਈ। ਹੁਣ ਸਗਾਈ ਹੋਣੀ, ਮੰਗਣਾ ਹੋਣਾ। ਤੇ ਗੁਰੂ ਪਾਤਸ਼ਾਹ ਜੀ ਦੀ ਤਰਫੋਂ ਜਿਹੜੇ ਲਾਗੀ ਲੋਕ ਸਨ ਉਹ ਵੀ ਆ ਕਰਕੇ ਨੇੜੇ ਬੈਠ ਗਏ। ਇਸ ਖੁਸ਼ੀ ਦੇ ਸਮੇਂ ਸਾਰੇ ਫਿਰ ਇਕੱਠੇ ਹੋਣ ਲੱਗੇ ਹਨ।
ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਅਨੁਸਾਰ ਸੁਨ ਸਤਿਗੁਰ ਤਬ ਦਾਸ ਪਠਾਏ ਸਕਲ ਸਮਗਰੀ ਤੂਰਨ ਲਿਆਏ। ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਸੇਵਾਦਾਰ ਦਾਸ ਘੱਲੇ ਤੇ ਸਾਹਿਬਜ਼ਾਦਾ ਜੀ ਦੀ ਮੰਗਣੀ ਵਾਸਤੇ ਜੋ ਸਮਗਰੀ ਵਸਤੂਆਂ ਚਾਹੀਦੀਆਂ ਸਨ ਉਹ ਸੇਵਾਦਾਰ ਤੁਰੰਤ ਲੈ ਆਏ। ਮਹਾਦੇਵ ਕੋ ਪ੍ਰਥਮ ਬੁਲਾਇਓ ਸਨਮਾਨਤ ਨਿਜ ਨਿਕਟ ਬਿਠਾਇਓ। ਬਾਬਾ ਮਹਾਦੇਵ ਜੀ ਨੂੰ ਸਭ ਤੋਂ ਪਹਿਲਾਂ ਸੱਦਿਆ ਜੋ ਗੁਰੂ ਅਰਜਨ ਦੇ ਪਾਤਸ਼ਾਹ ਦੇ ਵੱਡੇ ਭਰਾਤਾ ਹਨ, ਪ੍ਰਿਥੀ ਚੰਦ ਤੋਂ ਛੋਟੇ ਹਨ। ਸੋ ਉਹਨਾਂ ਨੂੰ ਸਭ ਤੋਂ ਪਹਿਲਾਂ ਸੱਦਿਆ ਗਿਆ ਤੇ ਸਨਮਾਨ ਕਰਦਿਆਂ ਵੱਡੇ ਭਾਈ ਦਾ ਆਪਣੇ ਕੋਲ ਬਿਠਾਇਆ। ਸਮੈ ਉਚਿਤ ਬੋਲਤ ਮੁਸਕਾਵਤ ਕੁਲ ਕੀ ਰੀਤ ਬਿਲੰਦ ਬਤਾਵਤ। ਬਾਬਾ ਮਹਾਦੇਵ ਜੀ ਉਚਿਤ ਸਮਾਂ ਵੇਖ ਕੇ ਮੁਸਕਰਾਉਂਦੇ ਹੋਏ ਕਹਿ ਰਹੇ ਕਿ ਜੋ ਗੁਰੂ ਘਰ ਦੀ ਰੀਤੀ ਮਰਿਆਦਾ ਹੈ ਉਹ ਸਾਰੀ ਜਿਹੜੀ ਹੈ ਗੁਰ ਮਰਿਆਦਾ ਅਨੁਸਾਰ ਨਿਭਾਈ ਜਾਵੇ। ਪੁਰ ਕੇ ਪੈਂਚ ਹਕਾਰਨ ਕੀਨੇ ਦਿਜਵਰ ਅਪਰ ਬੁਲਾਏ ਪਰਬੀਨੇ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜਿੰਨੇ ਵੀ ਮੋਤਬਰ ਬੰਦੇ ਸਨ, ਪੈਂਚ ਲੋਕ ਸਨ, ਹੋਰ ਜਿਹੜੇ ਦਿਜਵਰ ਬ੍ਰਾਹਮਣ ਲੋਕ, ਬਾਣੀਏ ਲੋਕ ਜਿੰਨੇ ਵੀ ਹੱਟੀਆਂ ਕਰਦੇ ਸਨ, ਉਸ ਸਮੇਂ ਕਾਰੋਬਾਰ ਆਪਣਾ ਸ਼੍ਰੀ ਅੰਮ੍ਰਿਤਸਰ ਸਾਹਿਬ 'ਚ ਜਿੰਨਾ ਤੋਰਿਆ ਸੀ, ਸਤਿਗੁਰੂ ਪਾਤਸ਼ਾਹ ਨੇ ਫਰਜ਼ ਸਮਝਿਆ ਕਿ ਜਿੰਨੇ ਨਿਵਾਸੀ ਗੁਰੂ ਘਰ ਦੇ ਆਸਰੇ ਬੈਠੇ ਨੇ ਤੇ ਸਤਿਗੁਰੂ ਦੇ ਘਰ ਵਿੱਚ ਖੁਸ਼ੀਆਂ ਦਾ ਸਮਾਂ ਹੈ, ਇਸ ਵਾਸਤੇ ਸ਼ਹਿਰ ਨਿਵਾਸੀਆਂ ਨੂੰ ਸੱਦਾ ਪੱਤਰ ਦੇਣਾ ਬੜਾ ਜ਼ਰੂਰੀ ਹੈ। ਤੇ ਭਾਈ ਸਾਹਿਬ ਕਹਿੰਦੇ ਜਿੰਨੇ ਬ੍ਰਾਹਮਣ ਪੰਡਤ ਹੋਰ ਖੱਤਰੀ ਸਨ, ਹੋਰ ਵਪਾਰੀ ਲੋਕ ਸਨ, ਕਿਉਂਕਿ ਵਪਾਰ ਦਾ ਕੰਮ ਇਹ ਜ਼ਿਆਦਾ ਪੰਡਤ ਬ੍ਰਾਹਮਣ ਖੱਤਰੀ ਲੋਕ ਹੀ ਕਰਦੇ ਸੀ ਉਸ ਸਮੇਂ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਵੀ ਜ਼ਿਆਦਾ ਲੋਕ ਉਹੀ ਹਨ। ਸੋ ਸਾਰੇ ਸੱਦ ਲੈ ਗਏ ਹਨ। ਪੁਨ ਬਾਜ਼ਾਰ ਤੇ ਬਣਕ ਬੁਲਾਏ ਕਰ ਕਰ ਟੋਲ ਸਕਲ ਚੱਲ ਆਏ। ਪੁਨ ਫਿਰ ਬਾਜ਼ਾਰ ਵਿੱਚੋਂ ਬਣਕ ਜਿਹੜੇ ਬਾਣੀਏ ਲੋਕ ਸਨ, ਜਿਹੜੇ ਵਪਾਰ ਕਰਦੇ ਸਨ, ਉਹ ਸਾਰੇ ਬੁਲਾਏ ਤੇ ਟੋਲੇ ਬਣਾ ਬਣਾ ਕੇ, ਜਥੇ ਬਣਾ ਬਣਾ ਕੇ ਸਾਰੇ ਚੱਲ ਕਰਕੇ ਆਏ। ਸਾਲੋ ਅਰ ਬੁੱਢਾ ਕਲਿਆਣ ਉਮਰ ਸ਼ਾਹ ਮਹਾਨ ਦੀਵਾਨ। ਬ੍ਰਹਮ ਗਿਆਨੀ ਗੁਰੂ ਕੇ ਸਿੱਖ ਇਸ ਉਤਸਵ ਦੇ ਵਿੱਚ ਖੁਸ਼ੀ ਦੇ ਸਮੇਂ ਵਿੱਚ ਸ਼ਾਮਲ ਨੇ। ਉਹ ਕਿਹੜੇ ਨੇ? ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਸਾਲੋ ਜੀ, ਜਿਨ੍ਹਾਂ ਦਾ ਟੋਭਾ ਅੱਜ ਵੀ ਸਤਿਗੁਰੂ ਪਾਤਸ਼ਾਹ ਦੇ ਪਾਵਨ ਸਥਾਨ ਗੁਰੂ ਕੇ ਮਹਿਲਾਂ ਗੁਰਦੁਆਰੇ ਦੇ ਬਿਲਕੁਲ ਨੇੜੇ, ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਹੈ। ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਮਹਿਲ, ਗੁਰੂ ਅਰਜਨ ਦੇ ਪਾਤਸ਼ਾਹ, ਗੁਰੂ ਹਰਗੋਬਿੰਦ ਪਾਤਸ਼ਾਹ ਦੀ ਰਿਹਾਇਸ਼, ਉੱਥੇ ਨੇੜੇ ਹੀ ਉਹ ਸਥਾਨ ਹੈ ਭਾਈ ਸਾਲੋ ਜੀ ਦਾ ਟੋਭਾ। ਉਹ ਬ੍ਰਹਮ ਗਿਆਨੀ ਸਿੱਖ ਭਾਈ ਸਾਲੋ ਜੀ, ਜਿਨ੍ਹਾਂ ਦੀ ਬੇਰੀ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਵਿੱਚ ਖਲੋਤੀ, ਜਿਹਨੂੰ ਲਾਚੀ ਬੇਰੀ ਆਖਦੇ, ਜਿਸ ਬੇਰੀ ਨਾਲ ਭਾਈ ਮਤਾਵ ਸਿੰਘ, ਭਾਈ ਸੁੱਖਾ ਸਿੰਘ ਨੇ ਦੁਸ਼ਟ ਮੱਸੇ ਰੰਗੜ ਦਾ ਸਿਰ ਵੱਢਣ ਸਮੇਂ ਆਪਣੇ ਘੋੜੇ ਬੱਧੇ ਸਨ। ਉਹ ਭਾਈ ਸਾਲੋ ਵਾਲੀ ਬੇਰੀ ਹੈ, ਉੱਥੇ ਬੈਠ ਕੇ ਪਾਵਨ ਸਰੋਵਰ ਦੀ ਸੇਵਾ ਕਰਵਾਉਂਦੇ ਰਹੇ। ਉਹ ਮਹਾਂਪੁਰਖ ਭਾਈ ਸਾਲੋ ਜੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੀ ਵੀ ਬੇਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਵਿੱਚ ਪਹਾੜ ਦੀ ਬਾਈ ਹੈ, ਉੱਤਰ ਦੀ ਦਿਸ਼ਾ ਵਾਲੇ ਪਾਸੇ ਹੈ। ਭਾਈ ਕਲਿਆਣਾ ਜੀ, ਭਾਈ ਉਮਰ ਸ਼ਾਹ ਜੀ, ਇਹ ਡਰੌਲੀ ਭਾਈ ਦੇ ਰਹਿਣ ਵਾਲਾ ਸੀ। ਭਾਈ ਉਮਰ ਸ਼ਾਹ ਇਹ ਮਸੰਦ ਸੀ, ਬੜੀ ਭਾਵਨਾ ਵਾਲਾ ਸਿੱਖ ਸੀ। ਇਹਦਾ ਹੀ ਪੋਤਰਾ ਸੀ ਦੁਨੀ ਚੰਦ, ਜਿਹੜਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਦੀਵਾਨ ਸੀ। ਸੂਰਮਾ ਸੀ, ਬਹਾਦਰ ਸੀ, ਪਰ ਮਾੜੇ ਕਰਮ ਅੱਗੇ ਆ ਗਏ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਥੋਂ ਲੈ ਕੇ ਨੱਸ ਗਿਆ। ਕਰਤਾਰਪੁਰ ਜਾ ਪਹੁੰਚਾ, ਧੀਰਮਲ ਨੇ ਗੋਲੀ ਮਰਵਾ ਕੇ ਉਸ ਦਾ ਕਤਲ ਕਰਵਾ ਦਿੱਤਾ। ਉਹ ਉਮਰ ਸ਼ਾਹ ਡਰੌਲੀ ਭਾਈ ਦਾ ਰਹਿਣ ਵਾਲਾ, ਜੋ ਗੁਰੂ ਕਾ ਮਸੰਦ ਦੀਵਾਨ ਸੀ, ਉਹ ਵੀ ਚੱਲ ਕਰਕੇ ਆ ਪਹੁੰਚਾ। ਆਏ ਬੰਦਨਾ ਕਰ ਕਰ ਬੰਦ ਸਿੱਖ ਸੰਗਤ ਸੁਨ ਸੁਨ ਸਮੁਦਾਇ ਲੱਗੀ ਸਵਾ ਸਭ ਰਹੀ ਸੁਹਾਏ। ਹੋਤੇ ਮਸੰਦ ਬਿਲੰਦ ਸੋ ਬਰਿੰਦ, ਜਿੰਨੇ ਵੱਡੇ ਮਸੰਦ ਸਨ ਸਾਰੇ ਮੁਖੀ ਸਿੱਖ ਸਨ, ਉਹਨਾਂ ਸਾਰਿਆਂ ਨੇ ਆ ਕੇ ਹੱਥ ਬੰਨ੍ਹ ਕੇ ਸਾਹਿਬਾਂ ਨੂੰ ਮੱਥਾ ਟੇਕਿਆ। ਸਿੱਖ ਸੰਗਤਾਂ ਜਿਵੇਂ ਜਿਵੇਂ ਸੁਣਿਆ ਕਿ ਗੁਰੂ ਸਾਹਿਬ ਦੇ ਸਪੁੱਤਰ ਸਾਹਿਬਜ਼ਾਦਾ ਦੀ ਸਗਾਈ ਹੋਣ ਲੱਗੀ ਹੈ, ਸਾਰੇ ਆ ਪਹੁੰਚੇ। ਉਸ ਸਮੇਂ ਦਰਬਾਰ ਦੇ ਅੰਦਰ ਸਭਾ ਸੱਜ ਗਈ ਹੈ।
ਸਭ ਰਹੇ ਸੁਹਾਏ ਸਾਰੇ ਸ਼ੋਭਾ ਪਾ ਰਹੇ ਹਨ। ਨੌਬਤ ਬਾਜਤ ਆਨੰਦ ਉਪਾਵਤ ਮੰਗਲ ਸ਼ਬਦ ਕਲਾਵਤ ਗਾਵਤ। ਸੋ ਇਸ ਤਰ੍ਹਾਂ ਬਾਹਰ ਦਰਵਾਜ਼ੇ ਤੇ ਨੌਬਤ ਵੱਜ ਰਹੀ ਹੈ, ਹੋਰ ਵੀ ਜਿਹੜੇ ਸ਼ਹਿਨਾਈਆਂ ਦੇ ਵਾਜੇ ਵੱਜ ਰਹੇ ਨੇ, ਬਾਹਰ ਦੂਰ ਕਲਾਵਤ ਲੋਕ ਗਾ ਵੀ ਰਹੇ ਹਨ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੜਾ ਆਨੰਦ ਹੋ ਰਿਹਾ ਹੈ। ਬੱਜੈ ਨਫੀਰੀ ਨਾਦ ਉਠਾਵੇ ਠਾਂਡੇ ਭਾਟ ਕਬਿਤ ਸੁਨਾਵੇ। ਫੇਰੀਆਂ ਵੱਜਦੀਆਂ ਆਵਾਜ਼ ਹੋ ਰਹੀ ਹੈ, ਸਤਿਗੁਰੂ ਪਾਤਸ਼ਾਹ ਦੇ ਹਜ਼ੂਰ ਭੱਟ ਲੋਕ ਖਲੋਤੇ ਨੇ ਜਿਹੜੇ ਗਾਇਨ ਕਰਦੇ ਸਨ ਉਸਤਤ ਮਹਿਮਾ। ਉਹ ਕਵਿਤ ਬਣਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੜੀ ਮਹਿਮਾ ਵਡਿਆਈ ਸੁਣਾ ਰਹੇ ਹਨ। ਸ਼੍ਰੀ ਅਰਜਨ ਵਿੱਚ ਸਵਾ ਬਿਰਾਜੇ ਜਿਮ ਉਡਗਨ ਮਹਿ ਨਿਸਪਤ ਸਾਜੇ। ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਸਭਾ ਵਿੱਚ ਸੱਜ ਰਹੇ ਨੇ ਜਿਵੇਂ ਉਡਗਨ ਤਾਰਿਆਂ ਦੇ ਵਿੱਚ ਨਿਸਪਤ ਨਿਸ ਰਾਤ ਦਾ ਪਤ ਪਤੀ ਚੰਦਰਮਾ ਸਜਦਾ ਹੈ। ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਤਾਰਿਆਂ ਦੀ ਸਭਾ ਵਿੱਚ ਸ਼ੋਭਾ ਪਾਉਂਦਾ, ਇਸੇ ਤਰ੍ਹਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਸ਼ੋਭਦੇ ਹਨ। ਚਮਰ ਢੁਰਤ ਹੈ ਬਾਰੰਬਾਰੀ ਲੈ ਜਨ ਬਿਸਦ ਮਰਾਲ ਉਡਾਰੀ। ਸੋ ਇਸ ਤਰ੍ਹਾਂ ਚੌਰ ਢੁੱਲ ਰਿਹਾ ਸਾਹਿਬਾਂ ਦੇ ਪਾਵਨ ਸੀਸ ਦੇ ਉੱਪਰ ਜਿਵੇਂ ਚਿੱਟਾ ਹੰਸ ਬਿਸਦ ਮਰਾਲ ਕਹਿੰਦੇ ਹੰਸ ਨੂੰ, ਬਿਸਦ ਹੁੰਦਾ ਚਿੱਟਾ। ਇਸ ਤਰ੍ਹਾਂ ਸੋਹਣਾ ਚੌਰ ਝੁੱਲ ਰਿਹਾ ਚਿੱਟੇ ਰੰਗ ਦਾ ਜਿਵੇਂ ਹੰਸ ਉਡਾਰੀ ਲੈ ਰਿਹਾ, ਹੰਸ ਉਡਾਰੀਆਂ ਮਾਰਦਾ ਹੈ। ਸੇਤ ਬਸਤਰ ਸਤਿਗੁਰ ਘਰ ਪਾਏ ਮਨੋ ਸਮੇਟ ਚੰਦਰ ਕਾ ਲਿਆਏ। ਸਤਿਗੁਰੂ ਪਾਤਸ਼ਾਹ ਨੇ ਚਿੱਟੇ ਰੰਗ ਦੇ ਬਸਤਰ ਆਪਣੇ ਗਲ ਪਾਏ ਨੇ। ਉਹ ਸਮਝੋ ਜਿਵੇਂ ਉਹ ਸੋਹਣੇ ਬਸਤਰ ਚੰਦਰਮੇ ਦੀ ਸਾਰੀ ਚਾਨਣੀ ਇਕੱਠੀ ਕਰ ਕਰਕੇ ਲੈ ਆਏ ਹਨ। ਸ਼ਾਂਤ ਸਰੂਪ ਸੁਸ਼ੀਲ ਸਤੀਰ ਬਦਨ ਪ੍ਰਫੁੱਲਿਤ ਗੁਣੀ ਗਹੀਰ। ਸਤਿਗੁਰੂ ਪਾਤਸ਼ਾਹ ਸ਼ਾਂਤ ਸਰੂਪ ਸੁਸ਼ੀਲ ਹਨ, ਬੜੇ ਨੇਕ ਨਿੱਘੇ ਠੰਡੇ ਸੁਭਾਅ ਵਾਲੇ ਧੀਜ ਧਾਰੇ ਜਿਨ੍ਹਾਂ ਦਾ ਬਦਨ ਮੁਖੜਾ ਪ੍ਰਫੁੱਲਤ ਖਿੜਿਆ ਹੋਇਆ ਹੈ ਕਮਲ ਦੇ ਫੁੱਲ ਦੀ ਤਰ੍ਹਾਂ। ਗੁਣੀ ਗਹੀਰ ਗੁਣਾਂ ਦੇ ਖਜ਼ਾਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ। ਪਠਿਓ ਦਾਸ ਤਬ ਦਿਜ ਪਹਿ ਜਾਵੋ ਸਮੋ ਨੀਕ ਅਬਲੇ ਕਰ ਆਵੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੇਵਾਦਾਰ ਨੂੰ ਘੱਲਿਆ ਹੈ ਕਿ ਉਹ ਜਿਹੜੇ ਲਾਗੀ ਲੋਕ ਆਏ ਨੇ ਉਹਨਾਂ ਨੂੰ ਇਹ ਸੁਨੇਹਾ ਦੇ ਦਿਓ ਕਿ ਹੁਣ ਸਮਾਂ ਆ ਪਹੁੰਚਾ, ਤੁਸੀਂ ਆ ਜਾਵੋ। ਸੋ ਹੁਣ ਮੰਗਣੇ ਦੀ ਬਿਲਕੁਲ ਤਿਆਰੀ ਹੈ। ਗਿਆਨਵਾਨ ਸਿੱਖ ਸਵਾ ਮਝਾਰੀ ਚੌਂ ਦਿਸ਼ ਮਹਿ ਗੁਰ ਕੀ ਪਰਵਾਰੀ। ਗਿਆਨਵਾਨ ਬ੍ਰਹਮ ਗਿਆਨੀ ਗੁਰੂ ਕੇ ਸਿੱਖ ਸਭਾ ਦੇ ਅੰਦਰ ਚਾਰ ਸ਼ਫੇਰੇ ਸਤਿਗੁਰੂ ਪਾਤਸ਼ਾਹ ਦੇ ਪਰਿਵਾਰ ਪਾ ਕੇ ਸਜੇ ਹੋਏ ਬੈਠੇ ਹਨ। ਬ੍ਰਹਮ ਲੋਕ ਮਹਿ ਬ੍ਰਹਮਾ ਜੈਸੀ ਸੁਰਗਨ ਸਹਿਤ ਬਿਰਾਜੈ ਤੈਸੀ। ਬ੍ਰਹਮ ਲੋਕ ਦੇ ਵਿੱਚ ਜਿਵੇਂ ਬ੍ਰਹਮਾ ਸਜਦਾ ਨਾਲ ਸਾਰੇ ਦੇਵਤੇ ਆਸੇ ਪਾਸੇ ਬੈਠੇ ਸ਼ੋਭਾ ਪਾਉਂਦੇ, ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਸਜ ਰਹੇ ਹਨ। ਏਮ ਘਰ ਵਹਿਰ ਆਨੰਦ ਵਿਸ਼ਾਲਾ ਮਿਲੇ ਲੋਕ ਸ਼੍ਰੀ ਗੁਰ ਟਿਕ ਜਾਲਾ। ਇਸ ਤਰ੍ਹਾਂ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਜਿੱਥੇ ਸਾਹਿਬਾਂ ਦਾ ਘਰ ਹੈ ਨਾ, ਉੱਥੇ ਘਰ ਦੇ ਅੰਦਰ ਤੇ ਬਾਹਰ ਬੜਾ ਭਾਰੀ ਆਨੰਦ ਹੋ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਬੜਾ ਆਨੰਦ ਹੋ ਰਿਹਾ। ਬੇਅੰਤ ਸਿੱਖ ਸੰਗਤਾਂ ਗੁਰੂ ਅਰਜਨ ਦੇ ਪਾਤਸ਼ਾਹ ਦੇ ਪਾਸ ਆ ਪਹੁੰਚੀਆਂ। ਬੈਠੇ ਕਿਤ ਕਪੀਰ ਵੱਡ ਹੋਈ ਚੌਂ ਦਿਸ਼ ਖਰੇ ਭਏ ਥਿਰ ਕੋਈ। ਚਾਰ ਸਵੇਰੇ ਸਿੱਖ ਸੰਗਤਾਂ ਬੈਠੀਆਂ, ਵੱਡੀ ਭੀੜ ਹੋ ਗਈ, ਕਈਆਂ ਨੂੰ ਬੈਠਣ ਨੂੰ ਥਾਂ ਨਹੀਂ ਮਿਲੀ। ਉਹ ਚਾਰ ਸਵੇਰੇ ਖਲੋਤੇ ਹੀ ਇਹ ਨਜ਼ਾਰਾ ਤੱਕ ਰਹੇ ਹਨ। ਸਭ ਹੀ ਕਰਤ ਮਨੋਰਥ ਜੀ ਕਾ ਹੀਰੈ ਹਰ ਗੋਬਿੰਦ ਹੋਏ ਟੀਕਾ। ਸਾਰੇ ਮਨ ਵਿੱਚ ਮਨੋਰਥ ਇੱਛਾ ਕਰ ਰਹੇ ਨੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮੁਖ ਉੱਪਰ ਮਸਤਕ ਦੇ ਉੱਪਰ ਕਦੋਂ ਮੰਗਣੇ ਦਾ ਟਿੱਕਾ ਲੱਗੇ ਤੇ ਅਸੀਂ ਵੇਖਣਾ ਕਰੀਏ। ਬਾਸਨ ਭਰੇ ਮੋਦ ਕਨਕੀਰੀ ਲਿਆਏ ਕਰ ਧਰੈ ਕਨੀਰੀ। ਬੜੇ ਬਸਤਰ ਜਿਹੜੇ ਬਰਤਨ ਨੇ ਬਾਸਨ, ਇਹਦਾ ਅਰਥ ਇੱਥੇ ਹੈ ਬਰਤਨ। ਵੱਡੇ ਵੱਡੇ ਭਾਂਡੇ ਭਰੇ ਨੇ ਲੱਡੂਆਂ ਦੇ, ਉਹ ਲਿਆਂਦੇ ਗਏ ਉਸ ਸਮੇਂ, ਲਿਆ ਕਰਕੇ ਰੱਖ ਦਿੱਤੇ। ਆਸ ਉਤਸਵ ਹੋਵਤ ਸਮੁਦਾਇ
ਦਿਜ ਨਾਉ ਤਿਸ ਥਲ ਚਲ ਆਏ। ਐਸਾ ਬੜਾ ਭਾਰੀ ਉਤਸ਼ਾਹ ਹੋ ਰਿਹਾ ਹੈ ਗੁਰੂ ਘਰ ਦੇ ਅੰਦਰ, ਤੇ ਬ੍ਰਾਹਮਣ ਤੇ ਉਹ ਜਿਹੜਾ ਨਾਈ ਆਏ ਸੀ ਲਾਗੀ ਲੋਕ ਦਿੱਲੀ ਤੋਂ ਚੱਲ ਕੇ ਚੰਦੂ ਦੀ ਲੜਕੀ ਦਾ ਸੰਬੰਧ ਕਰਨ ਵਾਸਤੇ ਉਹ ਉਸ ਸਮੇਂ ਆ ਕਰਕੇ ਪਹੁੰਚ ਗਏ। ਦੇਖ ਸਭਾ ਕੋ ਹਰਖ ਤਰੰਤੇ ਆਸ਼ਿਖ ਬਾਦ ਬਿਲੰਦ ਪਨੰਤੇ। ਸਾਹਿਬਾਂ ਦੀ ਹਜ਼ੂਰੀ ਚ ਸੁੰਦਰ ਦੀਵਾਨ ਸੱਜਿਆ, ਗੁਰੂ ਦੀ ਸਭਾ ਸੱਜੀ ਵੇਖ ਕੇ ਆਸ਼ੀਰਵਾਦ ਦੇ ਰਹੇ ਨੇ, ਬੜੀ ਮਹਿਮਾ ਕਰ ਰਹੇ ਹਨ। ਸ੍ਰੀ ਸਤਿਗੁਰ ਅਰਜਨ ਜੀ ਦੇਖ ਬੈਠਾਰੇ ਸਨਮਾਨ ਵਿਸ਼ੇਖ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੇਖ ਕਰਕੇ ਇਹਨਾਂ ਦਾ ਅਦਬ ਸਨਮਾਨ ਕੀਤਾ ਹੈ ਕਿ ਲੋਕ ਆਏ ਹਨ, ਰਿਸ਼ਤਾ ਲੈ ਕੇ ਇਹਨਾਂ ਦਾ ਅਦਬ ਸਤਿਕਾਰ ਕੀਤਾ, ਅਦਬ ਦੇ ਬਚਨ ਕਹਿ ਕੇ ਸਨਮਾਨ ਨਾਲ ਬਿਠਾਇਆ। ਚੰਦਨ ਕੀ ਚੌਂਕੀ ਮੰਗਵਾਏ ਸਭ ਮਹਿ ਗੁਰ ਟਿਕ ਦੇਈ ਦਸਾਏ। ਇੱਕ ਸੋਹਣੀ ਜੀ ਚੰਦਨ ਦੀ ਚੌਂਕੀ ਮੰਗਵਾਈ ਸਾਹਿਬਾਂ ਨੇ ਸਤਿਗੁਰੂ ਪਾਤਸ਼ਾਹ ਦੇ ਪਾਸ। ਉਹ ਚੌਂਕੀ ਜਿਹੜੀ ਸੀ ਦਸਾਏ ਢਾ ਦਿੱਤੀ ਗਈ। ਦੋਹਰਾ ਕਰਿਓ ਹਕਾਰਨ ਇਹ ਸਮੈ ਸ਼੍ਰੀ ਹਰਿ ਗੋਬਿੰਦ ਚੰਦ। ਉਸ ਸਮੇਂ ਗੁਰੂ ਅਰਜਨ ਦੇ ਪਾਤਸ਼ਾਹ ਨੇ ਸਾਹਿਬਜ਼ਾਦਾ ਜੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਚੰਦਰਮੇ ਸਰੀਖੇ ਸਾਹਿਬਾਂ ਨੂੰ ਕੋਲ ਹਕਾਰਿਆ। ਸਾਹਿਬਾਂ ਨੇ ਗੁਰਦੁਆਰਾ ਗੁਰੂ ਕੇ ਮਹਿਲਾਂ ਤੋਂ ਸਾਹਿਬਜ਼ਾਦਾ ਜੀ ਨੂੰ ਬੁਲਾਇਆ। ਨਿਮ ਕਹਿ ਕਰ ਦਿਜ ਗਣ ਕਤਬ ਪਠਿਓ ਦਾਸ ਮਤ ਵੰਦ। ਸੋ ਇਸ ਤਰ੍ਹਾਂ ਕਹਿ ਕਰਕੇ ਦੂਜੇ ਪਾਸੇ ਜਿਹੜੇ ਸ਼ਗਨ ਲਾਉਣ ਵਾਲੇ ਸਨ ਪਹਿਲਾਂ ਉਹਨਾਂ ਨੂੰ ਸੁਨੇਹਾ ਘੱਲ ਦਿੱਤਾ ਸੀ, ਉਹ ਵੀ ਆ ਪਹੁੰਚੇ ਹਨ। ਹੋਰ ਵੀ ਜਿਨ੍ਹਾਂ ਨੂੰ ਸਮੇਂ ਸਿਰ ਪਹੁੰਚਣਾ ਚਾਹੀਦਾ ਸੀ ਉਹਨਾਂ ਨੂੰ ਸੱਦਾ ਘੱਲਣ ਵਾਸਤੇ ਸਾਹਿਬਾਂ ਨੇ ਸੇਵਕ ਘੱਲੇ ਹਨ। ਪਠਿਓ ਦਾਸ ਮਤ ਵੰਦ। ਇੱਕ ਉਹ ਪੰਡਤ ਬ੍ਰਾਹਮਣ ਤੇ ਨਾਲ ਗੁਰੂ ਕਾ ਸਿੱਖ ਗਏ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਲੈਣ ਵਾਸਤੇ। ਬਸਨ ਬਿਭੂਖਨ ਪਹਿਰਤੇ ਕਰ ਇਸ਼ਨਾਨ ਜਿਸ ਥਾਨ। ਸੋ ਸੇਵਾਦਾਰ ਉੱਥੇ ਜਾ ਪਹੁੰਚੇ ਜਿੱਥੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਸੋਹਣੇ ਬਸਨ ਬਸਤਰ ਤੇ ਬਿਭੂਖਣ ਗਹਿਣੇ ਪਹਿਰ ਰਹੇ ਸਨ। ਕਰ ਇਸ਼ਨਾਨ ਜਿਸ ਥਾਨ, ਜਿਸ ਅਸਥਾਨ ਤੇ ਇਸ਼ਨਾਨ ਕਰਕੇ ਫਿਰ ਸੋਹਣੇ ਬਸਤਰ ਸਤਿਗੁਰੂ ਪਾਤਸ਼ਾਹ ਪਹਿਨ ਕਰਕੇ ਸੋਹਣੇ ਗਹਿਣੇ ਸਾਹਿਬਾਂ ਦੇ ਸਰੀਰ ਉੱਪਰ ਸਜਾਏ ਜਾ ਰਹੇ ਸਨ। ਉੱਥੇ ਜਾ ਪਹੁੰਚੇ। ਤਹਾਂ ਜਾਏ ਕਰ ਕਹਿਤ ਭਾ ਚਲੋ ਆਪ ਸੁਖਦਾਨ। ਸਤਿਗੁਰੂ ਪਾਤਸ਼ਾਹ ਦੇ ਘੱਲੇ ਹੋਏ ਸੇਵਕਾਂ ਨੇ ਜਾ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਜੀ ਚਲੋ ਆਪ ਸੁਖਦਾਨ, ਹੈ ਸੁੱਖਾਂ ਦੇ ਦਾਨੀ, ਸੁੱਖਾਂ ਦੇ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ। ਪਿਤਾ ਸਤਿਗੁਰੂ ਜੀ ਆਪ ਜੀ ਨੂੰ ਬੁਲਾ ਰਹੇ ਨੇ ਤੇ ਚਲੋ ਆਪ ਜੀ ਚੱਲ ਕਰਕੇ ਪਿਤਾ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਸੱਜਣਾ ਕਰੋ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਪਿਤਾ ਸਤਿਗੁਰੂ ਜੀ ਦਾ ਸੁਨੇਹਾ ਗੁਰੂ ਕੇ ਦਾਸਾਂ ਸੇਵਕਾਂ ਪਾਸੋਂ ਸੁਣ ਕਰਕੇ ਜਿਵੇਂ ਚਾਲਾ ਪਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਗਾਈ ਪ੍ਰਾਰੰਭ ਹੋਣ ਲੱਗੀ। ਐਨ ਮੌਕੇ ਤੇ ਦਿੱਲੀ ਦੀ ਸੰਗਤ ਦੀ ਚਿੱਠੀ ਆ ਪਹੁੰਚੀ। ਸਗਾਈ ਦਾ ਕੰਮ ਜਿਹੜਾ ਸੀ ਉਹ ਠੱਪ ਹੋ ਗਿਆ, ਉੱਥੇ ਰੋਕ ਦਿੱਤਾ ਗਿਆ, ਸਗਾਈ ਵਾਪਸ ਕਰ ਦਿੱਤੀ ਗਈ। ਇਹ ਸਾਰਾ ਇਤਿਹਾਸ ਭਾਈ ਸਾਹਿਬ ਜੀ ਅਗਲੇ 5ਵੇਂ ਅੰਸੂ ਦੇ ਅੰਦਰ 5ਵੇਂ ਅਧਿਆਏ ਦੇ ਵਿੱਚ ਚੌਥੀ ਰਾਸ ਦੇ ਵਰਣਨ ਕਰ ਰਹੇ ਨੇ। ਇੱਥੇ ਚੌਥੀ ਰਾਸ ਦੇ ਜੋ 4 ਅੰਸੂ ਚੌਥੇ ਅਧਿਆਇ ਸੀ ਉਸ ਦੀ ਸਮਾਪਤੀ ਸੰਪੂਰਨਤਾ ਹੋਈ ਹੈ। 5ਵੇਂ ਅੰਸੂ ਦੇ ਅੰਦਰ ਭਾਈ ਸਾਹਿਬ ਜੀ ਸਿੱਖ ਸੰਗਤਾਂ ਦੀ ਅਰਦਾਸ ਸਤਿਗੁਰੂ ਪਾਤਸ਼ਾਹ ਦੇ ਪਾਸ ਪਹੁੰਚ ਗਈ। ਸਤਿਗੁਰੂ ਪਾਤਸ਼ਾਹ ਨੇ ਜਿਵੇਂ ਸਗਾਈ ਮੋੜ ਦਿੱਤੀ ਉਹ ਇਤਿਹਾਸ ਭਾਈ ਸਾਹਿਬ ਜੀ ਸੁਣਾਉਣਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਅੰਤਲੀਆਂ ਪੰਕਤੀਆਂ ਪੜ੍ਹ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਸਿਮਰਨ ਕਰਦਿਆਂ ਹੋਇਆਂ ਸਮਾਪਤੀ ਹੈ ਜੀ। ਬਸਨ ਬਿਭੂਖਨ ਪਹਿਰਤੇ ਕਰ ਇਸ਼ਨਾਨ ਜਿਸ ਥਾਨ। ਤਾਹਾਂ ਜਾਏ ਕਰ ਕਹਿਤ ਭਾ ਚਲੋ ਆਪ ਸੁਖਦਾਨ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ
ਆਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ। ਏਕ ਅੱਖਰ ਹਾਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋਤਰੇ ਪਾਰ। ਜੋ ਸ਼ਰਦਾ ਕਾਰ ਸੇਵਦੇ ਗੁਰ ਪਾਰ ਉਤਾਰਨਹਾਰ। ਜੋ ਸ਼ਰਦਾ ਕਾਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।